ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਜੀ। ਮੈਂ ਪ੍ਰਗਟ ਸਿੰਘ ਜੀਵੇ ਸਾਂਝਾ ਪੰਜਾਬ ਵੱਲੋਂ ਆਪ ਸਭ ਨੂੰ ਸਾਡੇ ਅੱਜ ਦੇ ਇਸ ਸ਼ੋਅ ਦੇ ਵਿੱਚ ਜੀ ਆਇਆਂ ਨੂੰ ਆਖਦਾ। ਦੋਸਤੋ, ਬੀਤੇ ਦਿਨੀ ਅਸੀਂ ਆਪ ਸਭ ਦੇ ਨਾਲ ਬਾਬਾ ਫਰੀਦ ਜੀ ਬਾਰੇ ਸੂਫੀਵਾਦ ਤੇ ਪੰਜਾਬੀਅਤ ਦੇ ਪੱਖ ਤੋਂ ਇੱਕ ਇੰਟਰਵਿਊ ਸਾਂਝੀ ਕੀਤੀ ਸੀ। ਸੋ ਉਸੇ ਹੀ ਲੜੀ ਨੂੰ ਅੱਗੇ ਤੋਰਦਿਆਂ ਅੱਜ ਅਸੀਂ ਇੱਕ ਹੋਰ ਵਿਚਾਰ ਚਰਚਾ ਲੈ ਕੇ ਆਪ ਸਭ ਦੇ ਨਾਲ ਹਾਜ਼ਰ ਹੋਏ ਹਾਂ ਤੇ ਸਾਡੀ ਅੱਜ ਦੀ ਇਸ ਵਿਚਾਰ ਚਰਚਾ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਡਾਕਟਰ ਜਸਵੰਤ ਸਿੰਘ ਜੀ, ਜੋ ਕਿ ਸਿੱਖ ਰਿਸਰਚ ਇੰਸਟੀਚਿਊਟ ਦੇ ਵਿੱਚ ਗੁਰਬਾਣੀ ਰਿਸਰਚ ਦੇ ਡਾਇਰੈਕਟਰ ਨੇ ਤੇ ਬੀਤੇ ਕਾਫੀ ਸਮੇਂ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਬਾਬਾ ਫਰੀਦ ਜੀ ਦੀ ਬਾਣੀ ਦੇ ਉੱਤੇ ਰਿਸਰਚ ਕਰਦੇ ਆ ਰਹੇ ਨੇ। ਸੋ ਅੱਜ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਡਾਕਟਰ ਜਸਵੰਤ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਇਸ ਗੱਲਬਾਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਵੀ ਮੇਰਾ ਵੀਰ ਬਹੁਤ ਬਹੁਤ ਧੰਨਵਾਦ। ਜੀਵੇ ਸਾਂਝਾ ਪੰਜਾਬ ਜੀ। ਡਾਕਟਰ ਸਾਹਿਬ, ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਕਿ ਗੁਰੂ ਸਾਹਿਬ ਦਾ ਜੋ ਨਜ਼ਰੀਆ ਹੈ ਉਹ ਬਹੁਤ ਵੱਡਾ ਹੈ। ਉਸ ਨਜ਼ਰੀਏ ਨੇ ਦੁਨੀਆ ਦੀਆਂ ਜਿਹੜੀਆਂ ਵੀ ਵਿਚਾਰਧਾਰਾਵਾਂ ਉਹਦੇ ਨਾਲ ਮੇਲ ਖਾਂਦੀਆਂ ਨੇ, ਉਹਨਾਂ ਨੂੰ ਆਪਣੇ ਵਿੱਚ ਸਥਾਨ ਦੇਣਾ ਹੁੰਦਾ ਹੈ। ਸੋ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਨੇ ਬਾਬਾ ਫਰੀਦ ਜੀ ਦੀ ਬਾਣੀ ਨੂੰ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਥਾਨ ਦਿੱਤਾ, ਉਹਦੇ ਵਿੱਚ ਸ਼ਾਮਲ ਕੀਤਾ। ਸੋ ਗੱਲਬਾਤ ਇੱਥੋਂ ਹੀ ਸ਼ੁਰੂ ਕਰਨੀ ਬਣਦੀ ਹੈ ਕਿ ਬਾਬਾ ਫਰੀਦ ਜੀ ਦੀ ਬਾਣੀ ਗੁਰੂ ਸਾਹਿਬਾਨ ਕੋਲ ਕਿਸ ਤਰ੍ਹਾਂ ਆਈ? ਉਹਨਾਂ ਨੇ ਉਹ ਆਪਣੇ ਆਪ ਪ੍ਰਾਪਤ ਕੀਤੀ ਜਾ ਕੇ ਜਾਂ ਕਿਸ ਤਰ੍ਹਾਂ? ਹਾਂਜੀ, ਇਹ ਤੁਸੀਂ ਮੇਰੇ ਖਿਆਲ ਪਹਿਲਾਂ ਜਿਹੜਾ ਸਵਾਲ ਕੀਤਾ ਬਹੁਤ ਵਧੀਆ ਤੇ ਬੜਾ ਇੰਪੋਰਟੈਂਟ ਆ ਕਿ ਆਪਾਂ ਗੱਲ ਦੀ ਸ਼ੁਰੂਆਤ ਇੱਥੋਂ ਕਰ ਸਕਦੇ ਹਾਂ ਕਿ ਬਾਬਾ ਫਰੀਦ ਜੀ ਦੀ ਜਿਹੜੀ ਬਾਣੀ ਆ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਕਿਵੇਂ ਸ਼ਾਮਲ ਹੁੰਦੀ ਹੈ। ਤੇ ਇਹਦੇ ਬਾਰੇ ਮੈਂ ਦੱਸਣਾ ਚਾਹਾਂਗਾ ਕਿ ਸਾਡੀਆਂ ਜਿਹੜੀਆਂ ਜਨਮ ਸਾਖੀਆਂ ਨੇ ਸਿੱਖ ਸਾਹਿਤ ਦੇ ਸਭ ਤੋਂ ਪਹਿਲੇ ਸਰੋਤਾਂ ਦੇ ਵਿੱਚ ਉਹਨਾਂ ਦੀ ਗਿਣਤੀ ਹੁੰਦੀ ਹੈ ਤੇ ਉਹਨਾਂ ਦੇ ਵਿੱਚ ਜ਼ਿਕਰ ਆਉਂਦਾ ਬਾਕਾਇਦਾ ਲਗਭਗ ਸਾਰੀਆਂ ਹੀ ਜਨਮ ਸਾਖੀਆਂ ਦੇ ਵਿੱਚ ਕਿ ਗੁਰੂ ਸਾਹਿਬ ਜਦੋਂ ਪੱਛਮ ਵੱਲ ਨੂੰ ਆਪਣੀ ਯਾਤਰਾ ਤੇ ਜਾਂਦੇ ਨੇ ਤੀਜੀ ਉਦਾਸੀ ਦੇ ਵੇਲੇ, ਤੇ ਉਦੋਂ ਪਾਕ ਪਟਨ ਹੁੰਦੇ ਹੋਏ ਜਾਂਦੇ ਨੇ ਤੇ ਉੱਥੇ ਬਾਬਾ ਫਰੀਦ ਜੀ ਦੇ ਅਸਥਾਨ ਤੇ ਉਹਨਾਂ ਦੇ 11ਵੇਂ ਗੱਦੀ ਨਸ਼ੀਨ, ਜਿਨ੍ਹਾਂ ਨੂੰ ਜਨਮ ਸਾਖੀਆਂ ਦੇ ਵਿੱਚ ਸ਼ੇਖ ਬ੍ਰਹਮ ਕਰਕੇ ਲਿਖਿਆ, ਪਰ ਉਹਨਾਂ ਦਾ ਵੈਸੇ ਨਾਮ ਫਰੀਦ ਸਾਨੀ ਸ਼ੇਖ ਇਬਰਾਹੀਮ ਕਰਕੇ ਜਿਹੜਾ ਸਾਨੂੰ ਲਿਖਿਆ ਹੋਇਆ ਹੁੰਦਾ। ਸੋ ਉੱਥੇ ਗੁਰੂ ਸਾਹਿਬ ਉਹਨਾਂ ਨੂੰ ਮਿਲਦੇ ਨੇ। ਤੇ ਇੱਕ ਮੈਂ ਹੋਰ ਬੜੀ ਸਵਾਦਲੀ ਤੁਹਾਨੂੰ ਗੱਲ ਦੱਸਾਂ ਕਿ ਉੱਥੇ ਸਿਰਫ ਮਿਲਦੇ ਹੀ ਨਹੀਂ, ਸਾਡੀ ਜਿਹੜੀ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬਾਨ ਵਿੱਚ ਜਿਹੜੀ ਬਾਣੀ ਦਾ ਕੀਰਤਨ ਸਵੇਰੇ ਕੀਤਾ ਜਾਂਦਾ ਹੈ ਆਸਾ ਕੀ ਵਾਰ, ਉਸ ਬਾਣੀ ਦਾ ਉਚਾਰਨ ਦੱਸਿਆ ਜਾਂਦਾ ਜਨਮ ਸਾਖੀਆਂ ਦੇ ਹਵਾਲਿਆਂ ਨਾਲ ਕਿ ਉੱਥੇ ਗੁਰੂ ਸਾਹਿਬ ਨੇ ਸ਼ੇਖ ਇਬਰਾਹੀਮ ਦੇ ਨਾਲ ਜਦੋਂ ਉਹਨਾਂ ਦਾ ਗੋਸ਼ਟ ਹੋਈ ਹੈ, ਉੱਥੇ ਡਾਇਲੋਗ ਹੋਇਆ, ਵਾਰਤਾਲਾਪ ਹੋਇਆ, ਤੇ ਉੱਥੇ ਇਸ ਬਾਣੀ ਨੂੰ ਉਚਾਰਿਆ। ਨਾਟ ਓਨਲੀ ਜਨਮ ਸਾਖੀਆਂ, ਸਾਡੇ ਇਤਿਹਾਸਕਾਰਾਂ ਦੇ ਵਿੱਚ ਜ਼ਿਕਰ ਕਰੀਏ ਤੇ ਮੌਜੂਦਾ ਸਮੇਂ ਵਿੱਚ ਡਾਕਟਰ ਕਿਰਪਾਲ ਸਿੰਘ ਬੜੇ ਪ੍ਰਸਿੱਧ ਇਤਿਹਾਸਕਾਰ ਹੋਏ, ਉਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਜਨਮ ਸਾਖੀ, ਉਹਨਾਂ ਨੂੰ ਉਦਾਸੀਆਂ ਬਾਰੇ ਬੜਾ ਖੋਜ ਭਰਪੂਰ ਕਾਰਜ ਕੀਤਾ ਤੇ ਉਹ ਵੀ ਇਹ ਮੰਨਦੇ ਨੇ ਵੀ ਗੁਰੂ ਨਾਨਕ ਸਾਹਿਬ ਜਿਹੜੇ ਨੇ, ਰਾਦਰ ਉਹ ਇਹ ਕਹਿੰਦੇ ਨੇ ਕਿ ਵੀ ਗੁਰੂ ਨਾਨਕ ਸਾਹਿਬ 2 ਵਾਰ ਸ਼ੇਖ ਇਬਰਾਹੀਮ ਨੂੰ ਮਿਲੇ ਨੇ, 2 ਵਾਰ ਉਸ ਸਥਾਨ ਤੇ ਗਏ ਨੇ। ਇੱਕ ਵਾਰ ਜਦੋਂ ਉਹ ਪੱਛਮ ਵੱਲ ਨੂੰ ਜਾਂਦੇ ਨੇ, ਇੱਕ ਵਾਰ ਜਦੋਂ ਪੂਰਬ ਵੱਲ। ਫਿਰ ਅਸੀਂ ਦੇਖਦੇ ਹਾਂ ਪ੍ਰੋਫੈਸਰ ਸਾਹਿਬ ਸਿੰਘ, ਜਿਨ੍ਹਾਂ ਦਾ ਕਾਰਜ ਗੁਰਬਾਣੀ ਦੇ ਉੱਤੇ ਹੀ ਹੈ ਸਾਰਾ, ਉਹਨਾਂ ਨੇ ਵੀ ਇਸ ਗੱਲ ਦੀ ਸ਼ਾਹਦੀ ਭਰੀ ਹੈ ਕਿ ਵੀ ਤੀਜੀ ਉਦਾਸੀ ਦੇ ਸਮੇਂ ਗੁਰੂ ਨਾਨਕ ਸਾਹਿਬ ਬਾਬਾ ਫਰੀਦ ਜੀ ਨੂੰ ਮਿਲਦੇ ਨੇ, ਉੱਥੇ ਗੋਸ਼ਟ ਹੁੰਦੀ ਹੈ, ਉੱਥੇ ਆਪਸੀ ਵਿਚਾਰਾਂ ਦੀ ਸਾਂਝ ਹੁੰਦੀ ਹੈ, ਆਦਾਨ ਪ੍ਰਦਾਨ ਹੁੰਦਾ ਹੈ। ਤੇ ਪ੍ਰੋਫੈਸਰ ਸਾਹਿਬ ਸਿੰਘ ਨੇ ਆਪਣੀ ਖੋਜ ਦੌਰਾਨ ਇਸ ਗੱਲ ਨੂੰ ਬੜੀ ਖੂਬਸੂਰਤੀ ਨਾਲ ਪ੍ਰਮਾਣਿਤ ਵੀ ਕੀਤਾ ਤੇ ਉਹ ਗੱਲ ਅੱਜ ਪੂਰੀ ਤਰ੍ਹਾਂ ਸਟੈਬਲਿਸ਼ ਵੀ ਹੋ ਗਈ ਸਾਡੇ ਸਿੱਖ ਅਕਾਦਮਿਕ ਜਗਤ ਦੇ ਵਿੱਚ ਕਿ ਉਸ ਵੇਲੇ ਗੁਰੂ ਨਾਨਕ ਸਾਹਿਬ ਨੇ ਫਰੀਦ ਸਾਹਿਬ ਦੇ ਜਿਹੜੇ ਸ਼ਲੋਕ ਸਨ ਉਹ ਸ਼ੇਖ ਇਬਰਾਹੀਮ ਦੇ ਕੋਲੋਂ ਉੱਥੋਂ ਉਹ ਪ੍ਰਾਪਤ ਕੀਤੇ ਨੇ ਤੇ ਉਹਨਾਂ ਨੂੰ ਫਿਰ ਅੱਗੇ ਗੁਰੂ ਅੰਗਦ ਸਾਹਿਬ ਨੂੰ ਜਦੋਂ ਗੁਰਿਆਈ ਮਿਲਦੀ ਹੈ ਤੇ ਉਹ ਆਪਣੀ ਬਾਣੀ ਸਮੇਤ ਬਾਬਾ ਫਰੀਦ ਦੇ ਸ਼ਲੋਕ ਤੇ ਹੋਰ ਜਿਹੜੀ ਵੀ ਬਾਣੀ ਭਗਤ ਸਾਹਿਬਾਨ ਦੀ ਉਹਨਾਂ ਦੇ ਕੋਲ ਸੀ, ਉਹਨਾਂ ਨੇ ਇਕੱਠੀ ਕੀਤੀ ਸੀ ਆਪਣੀਆਂ ਉਦਾਸੀਆਂ ਦੌਰਾਨ, ਉਹ ਦੂਜੇ ਗੁਰੂ ਸਾਹਿਬ ਨੂੰ ਪੋਥੀ ਵਜੋਂ ਦਿੰਦੇ ਨੇ। ਉਦੋਂ ਬਾਅਦ ਉਹ ਤੀਸਰੇ ਗੁਰੂ ਸਾਹਿਬ ਕੋਲ, ਫਿਰ ਚੌਥੇ ਕੋਲ ਤੇ ਫਿਰ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜਿਹੜੇ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਦੇ ਨੇ, ਕੰਪਾਈਲ ਕਰਦੇ ਨੇ, ਤੇ ਉਦੋਂ ਉਹ ਉਹਦੇ ਵਿੱਚ ਜਿਹੜੇ ਆਪਣੇ ਹੋਰ ਗੁਰੂ ਸਾਹਿਬਾਨ ਦੀ ਬਾਣੀ ਸਾਨੂੰ ਅੰਕਿਤ ਹੋਈ ਮਿਲਦੀ, ਉਹਦੇ ਨਾਲ ਬਾਬਾ ਫਰੀਦ ਤੇ ਬਾਕੀ ਭਗਤ ਸਾਹਿਬਾਨ ਦੀ ਜਿਹੜੀ ਬਾਣੀ ਹੈ ਉਹ ਵੀ ਉਸ ਵੇਲੇ ਸ਼ਾਮਲ। ਜੀ ਬਿਲਕੁਲ। ਤੇ ਸ਼ੇਖ ਇਬਰਾਹਿਮ ਜੀ ਦੇ ਨਾਲ ਜੋ ਵਿਚਾਰ ਚਰਚਾ ਹੋਈ ਜਾਂ ਗੁਰੂ ਸਾਹਿਬ ਨੇ ਬਾਬਾ ਫਰੀਦ ਜੀ ਦੀ ਬਾਣੀ ਦੇ ਵਿੱਚ ਜੋ ਕੁਝ ਦੇਖਿਆ,
ਉਸ ਤੋਂ ਬਾਅਦ ਉਹਨਾਂ ਨੇ ਐਸਾ ਕੀ ਸੁਮੇਲਤਾ ਦੇਖੀ ਉਹਨਾਂ ਦੀ ਬਾਣੀ ਦੇ ਵਿੱਚ ਤੇ ਗੁਰਮਤ ਦੇ ਵਿੱਚ, ਜਿਸ ਕਰਕੇ ਉਹਨਾਂ ਦੀ ਬਾਣੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਾਮਲ ਕੀਤਾ? ਜੀ ਬਹੁਤ ਵਧੀਆ ਸਵਾਲ ਤੁਸੀਂ ਫਿਰ ਦੁਬਾਰਾ ਕੀਤਾ ਹੈ। ਤੇ ਉਹ ਇਹ ਹੈ ਕਿ ਅਸੀਂ ਜਦੋਂ ਬਾਬਾ ਫਰੀਦ ਜੀ ਦੀ ਬਾਣੀ ਪੜ੍ਹਦੇ ਹਾਂ ਤੇ ਉਹ ਠੇਠ ਪੰਜਾਬੀ ਦੇ ਵਿੱਚ, ਪੰਜਾਬੀ ਬੋਲੀ ਦੇ ਸ਼ਲੋਕ ਬੜੇ ਪਿਆਰੇ, ਬੜੇ ਦਿਲ ਟੁੰਬਵੇਂ, ਤੇ ਉਹ ਅਸੀਂ ਜਦੋਂ ਪੜ੍ਹਦੇ ਹਾਂ ਅਸੀਂ ਦੇਖਦੇ ਹਾਂ ਕਿ ਉਹਨਾਂ ਦੇ ਸ਼ਲੋਕ ਲਗਭਗ ਸਾਰੇ ਸ਼ਲੋਕ ਆਪਾਂ ਕਹਿ ਸਕਦੇ ਹਾਂ ਵੀ ਗੁਰਮਤ ਦੀਆਂ ਜਿਹੜੀਆਂ ਫੰਡਾਮੈਂਟਲ ਕੋਰ ਟੀਚਿੰਗਸ ਨੇ ਗੁਰੂ ਨਾਨਕ ਸਾਹਿਬ ਨੇ ਜੋ ਜਗਤ ਨੂੰ ਦਿੱਤੀਆਂ, ਸੰਸਾਰ ਨੂੰ ਦਿੱਤੀਆਂ ਨੇ, ਉਹਨਾਂ ਦਾ ਜ਼ਿਕਰ ਬਾਬਾ ਫਰੀਦ ਦੇ ਸ਼ਲੋਕਾਂ ਵਿੱਚ ਵੀ, ਭਾਵੇਂ ਉਹ ਸੰਕੇਤਾਤਮਕ ਰੂਪ ਵਿੱਚ ਹੋਵੇ ਜਾਂ ਭਾਵੇਂ ਉਦਾਂ ਹੋਵੇ, ਉਹ ਸਾਨੂੰ ਉੱਥੇ ਮਿਲਦਾ ਹੈ। ਉਦਾਹਰਨ ਲਈ ਆਪਾਂ ਕਹਿ ਸਕਦੇ ਹਾਂ ਵੀ ਇੱਕ ਰੱਬ ਦੀ ਗੱਲ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੁੰਦੀ ਹੈ ਤੇ ਕਿਹਾ ਜਾਂਦਾ ਵੀ ਗੁਰੂ ਨਾਨਕ ਸਾਹਿਬ ਨੇ ਇੱਕ ਰੱਬ ਦੀ ਗੱਲ ਹੀ ਨਹੀਂ ਕੀਤੀ, ਉਸ ਇੱਕ ਰੱਬ ਨੂੰ ਖਲਕਤ ਦੇ ਵਿੱਚ ਵਿਆਪਕ ਤੇ ਮੌਜੂਦ ਦਰਸਾਇਆ। ਤੇ ਬਾਬਾ ਫਰੀਦ ਦੀ ਬਾਣੀ ਵਿੱਚ ਵੀ ਇਹ ਗੱਲ ਸਾਨੂੰ ਮਿਲਦੀ ਹੈ। ਉਹਨਾਂ ਨੂੰ ਪੁੱਛੋ ਵੀ ਰੱਬ ਕਿੱਥੇ ਹੈ, ਤੇ ਉਹ ਕਹਿੰਦੇ ਨੇ ਵਸੀ ਰੱਬ ਹਿਆਲੀ ਹੈ, ਵੀ ਰੱਬ ਬੰਦੇ ਦੇ ਅੰਦਰ, ਉਹਦੇ ਹਿਰਦੇ 'ਚ ਵਸਦਾ। ਫਿਰ ਅਸੀਂ ਦੇਖਦੇ ਹਾਂ ਕਿ ਮਨੁੱਖੀ ਬਰਾਬਰੀ, ਇਹ ਗੁਰੂ ਨਾਨਕ ਸਾਹਿਬ ਦਾ ਸਿੱਖੀ ਦਾ ਜਿਹੜਾ ਗੁਰਮਤ ਦਾ ਦੂਜਾ ਵੱਡਾ ਪਹਿਲੂ ਹੈ ਵੀ ਇੱਥੇ ਮਨੁੱਖਤਾ ਨੂੰ ਇੱਕ ਕਰਕੇ ਜਾਣਿਆ ਜਾਂਦਾ। ਸੋ ਅਸੀਂ ਦੇਖਦੇ ਹਾਂ ਬਾਬਾ ਫਰੀਦ ਦੀ ਬਾਣੀ ਵਿੱਚ ਵੀ ਇਹ ਗੱਲ ਸਾਨੂੰ ਮਿਲਦੀ। ਫਿਰ ਅੱਗੇ ਅਸੀਂ ਆ ਜਾਂਦੇ ਧਰਮ ਦੀ ਕਿਰਤ, ਹੱਕ ਹਲਾਲ ਦੀ ਕਮਾਈ ਦੀ ਗੱਲ ਗੁਰੂ ਸਾਹਿਬ ਕਰਦੇ ਨੇ, ਵੰਡ ਛਕਣ ਦੀ ਗੱਲ ਗੁਰੂ ਸਾਹਿਬ ਕਰਦੇ ਨੇ, ਮਨੁੱਖਤਾ ਨਾਲ ਸਨੇਹ ਸਾਂਝ ਦੀ ਗੱਲ ਗੁਰੂ ਸਾਹਿਬ ਕਰਦੇ ਨੇ। ਫਿਰ ਉਹਦੇ ਵਿੱਚ ਜਿਹੜੀਆਂ ਯੂਨੀਵਰਸਲ ਵੈਲਿਊਜ਼ ਦੀ ਗੱਲ ਗੁਰਮਤ ਵਿੱਚ ਹੁੰਦੀ ਹੈ। ਫੋਰ ਐਗਜ਼ਾਮਪਲ ਅਸੀਂ ਕਹਿ ਸਕਦੇ ਹਾਂ ਹਲੀਮੀ, ਸਬਰ, ਸੰਤੋਖ, ਇਹ ਸਾਰੀਆਂ ਚੀਜ਼ਾਂ ਅਸੀਂ ਦੇਖਦੇ ਹਾਂ, ਪਿਆਰ, ਆਪਸੀ ਪਿਆਰ, ਇਹ ਬਾਬਾ ਫਰੀਦ ਜੀ ਦੇ ਬਾਣੀ ਵਿੱਚ, ਉਹਨਾਂ ਦੇ ਸਲੋਕਾਂ ਵਿੱਚ ਬਾਕਾਇਦਾ ਵਿਆਪਕ ਰੂਪ ਵਿੱਚ ਸਾਨੂੰ ਇਹ ਚੀਜ਼ਾਂ ਜਿਹੜੀਆਂ ਨੇ ਉਹ ਨਜ਼ਰ ਆਉਂਦੀਆਂ ਨੇ। ਇਹਦੇ ਨਾਲ ਨਾਲ ਫਿਰ ਕੁਦਰਤ, ਵਾਤਾਵਰਣ ਪ੍ਰਤੀ ਗੁਰੂ ਨਾਨਕ ਸਾਹਿਬ ਦੀ ਚੇਤਨਾ ਜਿਹੜੀ ਉਹ ਅਸੀਂ ਸਾਰੇ ਸਮਝਦੇ ਹਾਂ, ਕੁਦਰਤ ਨੂੰ ਬੜਾ ਪਿਆਰ ਆ ਉਹਨਾਂ ਦੇ ਵਿੱਚ। ਤੇ ਉਹ ਜਦੋਂ ਗੱਲ ਕਰਦੇ ਨੇ ਆਪਣੀ ਬਾਣੀ ਵਿੱਚ ਤੇ ਕੁਦਰਤ ਨੂੰ ਮੁਖਾਤਬ ਵੀ ਹੁੰਦੇ ਨੇ, ਕੁਦਰਤ ਵਿੱਚ ਵਸੇ ਹੋਏ ਕਾਦਰ ਨੂੰ ਉਹ ਵੇਖਣ ਦੀ ਗੱਲ ਕਰਦੇ ਨੇ, ਬਲਿਹਾਰੀ ਕੁਦਰਤ ਵਸਿਆ। ਸੋ ਇਹ ਸਾਰੀਆਂ ਚੀਜ਼ਾਂ ਅਸੀਂ ਦੇਖਦੇ ਹਾਂ ਵੀ ਉਹ ਇਹਨਾਂ ਦੀ ਸਾਂਝ ਬਾਬਾ ਫਰੀਦ ਦੇ ਸ਼ਲੋਕਾਂ ਵਿੱਚ ਵੀ ਸਾਨੂੰ ਨਜ਼ਰ। ਸੋ ਜਾਪਦਾ ਵੀ ਇਸ ਕਰਕੇ ਇਹ ਗੁਰਮਤ ਨਾਲ ਇਸ ਬਾਬਾ ਫਰੀਦ ਦੇ ਸ਼ਲੋਕਾਂ ਦੀ ਇਹ ਜਿਹੜੀ ਅਨੁਕੂਲਤਾ ਨਜ਼ਰ ਆਉਂਦੀ ਹੈ, ਉਹਦੇ ਕਰਕੇ ਗੁਰੂ ਸਾਹਿਬ ਨੇ ਜਿੱਥੇ ਹੋਰ ਭਗਤ ਸਾਹਿਬਾਨ ਦੀ ਬਾਣੀ ਨੂੰ ਇਕੱਤਰ ਕੀਤਾ, ਉਸੇ ਤਰ੍ਹਾਂ ਬਾਬਾ ਫਰੀਦ ਜੀ ਦੀ ਬਾਣੀ ਨੂੰ ਵੀ ਉਹਨਾਂ ਨੇ ਇਕੱਠਾ ਵੀ ਕੀਤਾ ਤੇ ਮੁੜ ਕੇ ਉਹ ਗੁਰੂ ਗ੍ਰੰਥ ਸਾਹਿਬ ਦੀ ਕੰਪਾਈਲੇਸ਼ਨ ਵੇਲੇ ਜਿਹੜੀ ਆ ਉਹਦੇ ਵਿੱਚ ਸ਼ਾਮਲ। ਜੀ। ਤੇ ਜਿਸ ਤਰ੍ਹਾਂ ਜਦੋਂ ਅਸੀਂ ਬਾਬਾ ਫਰੀਦ ਜੀ ਦੀ ਬਾਣੀ ਨੂੰ ਪੜ੍ਹਨੇ ਆ ਤੇ ਕਈ ਜਗ੍ਹਾ ਤੇ ਸਾਨੂੰ ਇਸ ਤਰ੍ਹਾਂ ਦੇ ਉੱਥੇ ਹਵਾਲੇ ਮਿਲਦੇ ਨੇ ਕਿ ਜਿੱਥੇ ਬਾਬਾ ਫਰੀਦ ਜੀ ਦੇ ਸ਼ਲੋਕਾਂ ਦੇ ਨਾਲ ਗੁਰੂ ਸਾਹਿਬਾਨ ਦੇ ਸ਼ਲੋਕ ਵੀ ਨਾਲ ਜੁੜੇ ਹੋਏ ਨੇ। ਸੋ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਦੇਖ ਸਕਦੇ ਹਾਂ? ਗੁਰੂ ਸਾਹਿਬ ਨੇ ਉਹਨਾਂ ਦੇ ਸ਼ਲੋਕਾਂ ਦੇ ਨਾਲ ਵਿੱਚ ਆਪਣੇ ਸ਼ਲੋਕ ਕਿਉਂ ਦਰਜ ਕੀਤੇ ਨੇ? ਕਿਸ ਤਰ੍ਹਾਂ ਦੇਖੀ ਉਸ ਚੀਜ਼ ਨੂੰ? ਜੀ ਬਹੁਤ ਬਹੁਤ ਵਧੀਆ ਗੱਲ ਇਹ ਹੈਗੀ ਹੈ। ਤੇ ਮੈਂ ਜਦੋਂ ਗੱਲ ਕਰ ਰਿਹਾ ਸਾਂ, ਪ੍ਰੋਫੈਸਰ ਸਾਹਿਬ ਸਿੰਘ ਹੋਣਾ ਨੇ ਜਦੋਂ ਪਹਿਲੀ ਵਾਰ, ਉਹਨਾਂ ਤੋਂ ਪਹਿਲੋਂ ਇਸ ਤਰ੍ਹਾਂ ਦੀ ਕਿਤੇ ਦ੍ਰਿੜਤਾ ਨਾਲ ਇਹ ਗੱਲ ਸਾਨੂੰ ਪ੍ਰਮਾਣਿਤ ਹੋਈ ਨਹੀਂ ਮਿਲਦੀ ਵੀ ਭਗਤਾਂ ਦੀ ਬਾਣੀ ਗੁਰੂ ਸਾਹਿਬਾਨ ਕੋਲ ਕਿਵੇਂ ਪਹੁੰਚਦੀ ਹੈ। ਸੋ ਉੱਥੇ ਪ੍ਰੋਫੈਸਰ ਸਾਹਿਬ ਸਿੰਘ ਤੇ ਉਸ ਤੋਂ ਬਾਅਦ ਹੋਰਨਾਂ ਕਈ ਵਿਦਵਾਨਾਂ ਨੇ ਇਸ ਗੱਲ ਨੂੰ ਬੜੀ ਨੀਝ ਨਾਲ ਖੋਜਿਆ ਵੀ, ਫਿਰ ਵੇਖਿਆ ਵੀ ਤੇ ਸਾਡੇ ਸਾਹਮਣੇ ਲਿਆਂਦਾ ਕਿ ਬਾਬਾ ਫਰੀਦ ਦੇ ਜਿਹੜੇ ਸ਼ਲੋਕ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਨੇ, ਉਹਨਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਦੱਸਣਾ ਚਾਹਾਂਗਾ, ਬਾਬਾ ਫਰੀਦ ਜੀ ਦੇ 4 ਸ਼ਬਦ ਨੇ, 2 ਰਾਗ ਆਸਾ ਵਿੱਚ ਤੇ 2 ਸੋਹੀ ਵਿੱਚ ਸ਼ਬਦ, ਤੇ 130 ਸ਼ਲੋਕ ਉਹਨਾਂ ਦੇ ਜਿਹੜਾ ਸਿਰਲੇਖ ਹੈ ਨਾ, ਸ਼ਲੋਕ ਬਾਬਾ ਫਰੀਦ ਜੀ ਹੋ ਕੇ, ਸ਼ੇਖ ਫਰੀਦ ਜੀ ਹੋ ਕੇ, ਉਹਦੇ ਅੰਦਰ ਉੱਥੇ ਅੰਕਤ ਮਿਲਦੇ। ਪਰ ਉਹਨਾਂ 130 ਸ਼ਲੋਕਾਂ ਦੇ ਵਿੱਚ ਬਾਬਾ ਫਰੀਦ ਜੀ ਦੇ ਸ਼ਲੋਕ ਨੇ 112, ਬਾਕੀ 18 ਜਿਹੜੇ ਸ਼ਲੋਕ ਨੇ ਉਹ ਵੱਖ-ਵੱਖ ਗੁਰੂ ਸਾਹਿਬ ਦੇ। ਉਹਦੇ ਵਿੱਚ 4 ਸ਼ਲੋਕ ਨੇ ਗੁਰੂ ਨਾਨਕ ਸਾਹਿਬ ਦੇ, 5 ਗੁਰੂ ਅਮਰਦਾਸ ਸਾਹਿਬ ਦੇ, 1 ਗੁਰੂ ਰਾਮਦਾਸ ਸਾਹਿਬ ਦਾ ਤੇ 8 ਗੁਰੂ ਅਰਜਨ ਸਾਹਿਬ ਦੇ। ਹੁਣ ਸਵਾਲ ਬਣਦਾ ਵੀ ਇਹ ਜਿਹੜੇ ਸ਼ਲੋਕ ਗੁਰੂ ਸਾਹਿਬਾਨ ਦੇ, ਖਾਸ ਕਰਕੇ ਗੁਰੂ ਨਾਨਕ ਸਾਹਿਬ ਵੱਲ ਆਪਾਂ ਜੇ ਕੇਂਦਰਿਤ ਕਰੀਏ ਆਪਣਾ ਧਿਆਨ, ਵੀ ਉਹਨਾਂ ਦੇ ਸ਼ਲੋਕ ਬਾਬਾ ਫਰੀਦ ਜੀ ਦੇ ਸ਼ਲੋਕਾਂ ਵਿੱਚ ਕਿਵੇਂ ਸ਼ਾਮਲ ਹੋ ਗਏ, ਤੇ ਖਾਸ ਕਰਕੇ ਉਹਨਾਂ ਸ਼ਲੋਕਾਂ ਦੀ ਇੰਨੀ ਸਿਮਿਲੈਰਿਟੀ ਹੈ, ਉਹਨਾਂ ਦੀ ਥੀਮ, ਉਹਨਾਂ ਦਾ ਥਾਟ, ਉਹਨਾਂ ਦੀ ਸ਼ਬਦਾਵਲੀ, ਕਿ ਉਹ ਜਦੋਂ ਤੁਸੀਂ ਵੇਖਦੇ ਹੋ, ਮਿਲਾਨ ਕਰਦੇ ਹੋ, ਤੇ ਤੁਹਾਨੂੰ ਸੁਭਾਵਕ ਹੀ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਬਈ ਵਾਹ, ਇਹ ਜਿਹੜੇ ਸ਼ਲੋਕ ਨੇ ਨਾ ਗੁਰੂ ਨਾਨਕ ਸਾਹਿਬ ਨੇ, ਬਾਕੀ ਗੁਰੂ ਸਾਹਿਬਾਨ ਨੇ ਜਦੋਂ ਉਚਾਰੇ ਨੇ, ਤਾਂ ਉਹਨਾਂ ਦੇ ਸਾਹਮਣੇ ਬਾਬਾ ਫਰੀਦ ਜੀ ਦੇ ਸ਼ਲੋਕ ਪਏ ਹੋਏ ਨੇ, ਉਹਨਾਂ ਦੇ ਸਾਹਮਣੇ ਬਾਬਾ ਫਰੀਦ ਦੀ ਬਾਣੀ ਉੱਥੇ ਹੈ।
ਤੇ ਬਾਬਾ ਫਰੀਦ ਜੀ ਦੇ ਕੁਝ ਸ਼ਲੋਕਾਂ ਵਿੱਚ ਨਾ ਬਾਬਾ ਜੀ ਨੇ ਗੱਲ ਬੜੀ ਸੰਕੇਤਕ ਰੂਪ ਵਿੱਚ ਕੀਤੀ, ਬੜੀ ਸੂਖਮ ਢੰਗ ਨਾਲ ਕੀਤੀ। ਵੈਸੇ ਇੱਕ ਸਿਆਣੀ ਸੂਖਮਤਾ ਬੁੱਧੀ ਵਾਲਾ ਜਿਹੜਾ ਮਨੁੱਖ ਹੈ ਉਹ ਉਹਨਾਂ ਸ਼ਲੋਕਾਂ ਨੂੰ ਪੜ੍ਹ ਕੇ ਗੱਲ ਸਮਝ ਤੇ ਸਕਦਾ ਹੈ, ਪਰ ਕਈ ਵਾਰ ਆਮ ਸਧਾਰਨ ਬੰਦੇ ਦੀ ਸਮਝ ਵਿੱਚ ਹੋ ਸਕਦਾ ਨਾ, ਉਹਨੂੰ ਟਪਲਾ ਲੱਗ ਸਕਦਾ, ਉਹਨੂੰ ਭੁਲੇਖਾ ਲੱਗ ਸਕਦਾ ਵੀ ਬਾਬਾ ਜੀ ਕੀ ਗੱਲ ਕਰਦੇ ਨੇ। ਸੋ ਜਿੱਥੇ ਇਸ ਤਰ੍ਹਾਂ ਦੀ ਕੋਈ ਗੱਲ ਜਾਪੀ ਗੁਰੂ ਸਾਹਿਬ, ਉਹਨਾਂ ਨੇ ਫਿਰ ਉੱਥੇ ਉਹਨਾਂ ਸ਼ਲੋਕਾਂ ਦੀ ਸਪਸ਼ਟਤਾ ਲਈ, ਉਹਨਾਂ ਸ਼ਲੋਕਾਂ ਦੀ ਥੋੜੀ ਜਿਹੀ ਹੋਰ ਉਸ ਸੰਕੇਤਾਤਮਕ ਰੂਪ ਨੂੰ ਖੋਲਣ ਲਈ ਉਹਨਾਂ ਨੇ ਉਹ ਸ਼ਲੋਕ ਜਿਹੜੇ ਉੱਥੇ ਅੰਕਿਤ ਕੀਤੇ ਨੇ। ਤੇ ਮੈਂ ਇੱਕ ਉਦਾਹਰਨ ਇੱਥੇ ਦੇਣੀ ਚਾਹਾਂਗਾ। ਉਹਦੇ ਚ ਅਸੀਂ ਦੇਖਾਂਗੇ ਵੀ ਉੱਥੇ ਨਿਰਾ ਉਹ ਸਿਰਫ ਥੀਮ ਤੇ ਥਾਟ ਹੀ ਨਹੀਂ, ਉਹਦੀ ਸ਼ਬਦਾਵਲੀ ਵੇਖੋ ਕਿੰਨੀ ਮਿਲਦੀ ਹੈ। ਬਈ ਕੋਈ ਕਹਿ ਨਹੀਂ ਸਕਦਾ ਵੀ ਇਹ ਸ਼ਲੋਕ ਜਿਹੜਾ ਹੈ ਉਹਦੇ ਪਰਥਾਏ ਨਹੀਂ ਲਿਖਿਆ। ਫਿਰ ਉਹਦੇ ਬਿਲਕੁਲ ਜਿੱਥੇ ਉਹ ਸ਼ਲੋਕ ਆਉਂਦਾ 119 ਨੰਬਰ ਸ਼ਲੋਕ ਹੈ ਬਾਬਾ ਫਰੀਦ ਦਾ, ਤਨ ਤਪੈ ਤਨੂਰ ਜਿਉ ਬਾਲਣ ਹੱਡ ਬਲਨ, ਪੈਰੀ ਥੱਕਾਂ ਸਿਰ ਜੁਲਾਂ ਜੇ ਮੂੰਹ ਪਰੀ ਮਿਲਣ। ਹੁਣ ਇਸ ਸ਼ਲੋਕ ਦੇ ਵਿੱਚ ਤੰਦੂਰ ਵਾਂਗ ਸਰੀਰ ਦੇ ਤਪਣ ਦੀ ਗੱਲ ਹੋ ਰਹੀ ਹੈ, ਜਿਹੜੇ ਹੱਡ ਨੇ, ਹੱਡੀਆਂ ਨੇ ਸਾਡੀਆਂ, ਉਹ ਬਾਲਣ ਵਾਂਗ ਬਲ ਰਹੀਆਂ ਨੇ। ਤੇ ਉਹ ਕਹਿੰਦੇ ਵੀ ਜੇ ਮੈਂ ਪੈਰੀ ਤੁਰਦਾ ਤੁਰਦਾ ਥੱਕ ਜਾਵਾਂ ਤੇ ਸਿਰ ਭਾਰ ਹੋ ਕੇ ਤੁਰਨ ਲੱਗ ਪਾਵਾਂ, ਕਾਸ਼ ਮੇਰਾ ਪ੍ਰੀਤਮ ਜਿਹੜਾ ਪ੍ਰੀ ਹੈ, ਪ੍ਰਭੂ ਹੈ, ਉਹ ਮਿਲ ਪਵੇ। ਤੇ ਹੁਣ ਗੱਲ ਤੇ ਇਹ ਸੰਕੇਤਕ ਹੈ, ਸਿੰਬੋਲਿਕ ਗੱਲ ਆ, ਤੇ ਬੰਦਾ ਇਹਨੂੰ ਸਮਝ ਸਕਦਾ ਵੀ ਇਹ, ਪਰ ਸਧਾਰਨ ਰੂਪ ਵਿੱਚ ਅਸੀਂ ਦੇਖਦੇ ਹਾਂ ਵੀ ਮਨੁੱਖ ਸਮਝਦਾ ਵੀ ਸ਼ਾਇਦ ਬਾਬਾ ਫਰੀਦ ਕੋਈ ਏਦਾਂ ਦੀ ਗੱਲ ਹੀ ਕਰ ਰਹੇ ਨੇ ਵੀ ਤਨੂਰ ਵਿੱਚ ਤਪਣ ਦੀ ਗੱਲ, ਹੱਡਾਂ ਦੇ ਬਾਲਣ ਦੀ, ਕੀ ਗੱਲ ਹੈ। ਸੋ ਉਹਨੂੰ ਗੁਰੂ ਨਾਨਕ ਸਾਹਿਬ ਜਦੋਂ ਫਿਰ ਖੋਲ ਕੇ ਅੱਗੇ ਲਿਖਦੇ ਨੇ ਤੇ ਉਹਦੇ ਥੱਲੇ ਸਿਰਲੇਖ ਵੀ ਹੈ, ਮਹੱਲਾ ਪਹਿਲਾ। ਇੱਥੇ ਇਹਦੀ ਕੋਈ ਸ਼ੰਕਾ ਰਹਿੰਦੀ ਕੋਈ ਨਹੀਂ ਵੀ ਇਹ ਸ਼ਬਦ ਇਸ ਲੋਕ ਇਹਦਾ। ਤੇ ਉਹ ਵੇਖੋ ਉਹਦੀ ਸ਼ਬਦਾਵਲੀ ਉਹੀ ਵਰਤ ਕੇ ਕਹਿੰਦੇ ਨੇ, ਤਨ ਨਾ ਤਪਾਏ ਤਨੂਰ ਜਿਉ ਬਾਲਣ ਹੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ ਅੰਦਰ ਪ੍ਰੀ ਨਿਹਾਲ। ਹੁਣ ਬਾਬੇ ਫਰੀਦ ਨੇ ਵੀ ਇਹ ਗੱਲ ਕੀਤੀ, ਇਹ ਨਹੀਂ ਵੀ ਉਹਨਾਂ ਨੇ ਨਹੀਂ ਕੀਤੀ, ਉਹਨਾਂ ਨੇ ਵੀ ਇਹ ਗੱਲ ਕੀਤੀ ਹੈ ਵੀ ਪ੍ਰੀ ਜਿਹੜਾ ਹੈ ਨਾ ਉਹ ਅੰਦਰ ਹੀ ਹੈ ਸਾਡੇ, ਤੇ ਉਹਨੂੰ ਅੰਦਰ ਹੀ ਵੇਖਣਾ ਚਾਹੀਦਾ। ਤੇ ਗੁਰੂ ਸਾਹਿਬ ਇਸ ਸ਼ਲੋਕ ਦੇ ਖਿਆਲ ਨੂੰ ਥੋੜਾ ਜਿਹਾ ਵਿਸਤਾਰ ਦੇ ਕੇ ਸਪਸ਼ਟ ਕਰਕੇ ਕਹਿੰਦੇ ਨੇ ਵੀ ਤਨ ਨੂੰ ਤੰਦੂਰ ਵਾਂਗ ਤਪਾਉਣ ਦੀ ਲੋੜ ਨਹੀਂ, ਨਾ ਹੱਡਾਂ ਨੂੰ ਬਾਲਣ ਵਾਂਗ ਬਾਲਣ ਦੀ ਲੋੜ ਹੈ। ਯਾਨੀ ਉਹ ਆਮ ਮਨੁੱਖਤਾ ਨੂੰ ਕਹਿ ਰਹੇ ਨੇ ਵੀ ਬਾਬਾ ਫਰੀਦ ਏਦਾਂ ਦੀ ਗੱਲ ਨਹੀਂ ਕਰਦੇ ਪਏ। ਤੇ ਉਹ ਇਹ ਵੀ ਨਹੀਂ ਕਹਿੰਦੇ ਪਏ ਵੀ ਇਹ ਤੇ ਸਰੀਰ ਦਾ, ਸਾਡੇ ਸਿਰ ਦਾ ਤੇ ਪੈਰਾਂ ਦਾ ਕੀ ਦੋਸ਼ ਹੈ। ਵਾਹਿਗੁਰੂ ਜਿਹੜਾ ਪ੍ਰੀਤਮ ਹੈ, ਪ੍ਰੀ ਹੈ, ਖੁਦਾ ਹੈ, ਅੱਲਾ ਹੈ, ਰੱਬ ਤੇ ਸਾਡੇ ਅੰਦਰ ਵਸਦਾ, ਅੰਦਰ ਪ੍ਰੀ ਨਿਹਾਲ, ਉਹਨੂੰ ਅੰਦਰ ਵੇਖ, ਤੇ ਉੱਥੋਂ ਉਹਦਾ ਅਹਿਸਾਸ ਜਿਹੜਾ ਹੈ ਉਹ ਲੈ ਕੇ ਆ। ਸੋ ਇਸ ਤਰ੍ਹਾਂ ਦੇ ਅਸੀਂ ਦੇਖਦੇ ਕਿ 18 ਥਾਵਾਂ ਤੇ ਵੱਖ-ਵੱਖ ਗੁਰੂ ਸਾਹਿਬ ਦੇ ਸ਼ਲੋਕ, ਬਾਬਾ ਫਰੀਦ ਜੀ ਦੇ ਸ਼ਲੋਕਾਂ ਦੇ ਪਰਥਾਏ, ਉਹਨਾਂ ਦੀ ਸੂਖਮਤਾ ਨੂੰ ਹੋਰ ਸਪਸ਼ਟ ਕਰਦੇ ਹੋਏ ਉਹ ਅੰਕਿਤ ਸਾਨੂੰ ਮਿਲਦੇ ਨੇ। ਜਿੱਥੋਂ ਇਹ ਗੱਲ ਬੜੀ ਸਪਸ਼ਟ ਹੁੰਦੀ ਹੈ ਕਿ ਜਦੋਂ ਗੁਰੂ ਸਾਹਿਬ ਇਹ ਸ਼ਲੋਕ ਉਚਾਰ ਰਹੇ ਨੇ, ਗੁਰੂ ਨਾਨਕ ਸਾਹਿਬ ਸਮੇਤ, ਉਹਨਾਂ ਦੇ ਸਾਹਮਣੇ ਬਾਬਾ ਫਰੀਦ ਜੀ ਦੀ ਬਾਣੀ, ਉਹਨਾਂ ਦੇ ਜਿਹੜੇ ਸ਼ਲੋਕ ਨੇ ਉਹ ਪਏ ਹੋਏ। ਜਿਸ ਤਰ੍ਹਾਂ ਸਾਨੂੰ ਪਤਾ ਲੱਗਾ ਸੀ ਕਿ ਤੁਸੀਂ ਆਪਣੇ ਸਿੰਗਾਪੁਰ ਦੇ ਕਾਰਜਕਾਲ ਦੌਰਾਨ ਬਾਬਾ ਫਰੀਦ ਜੀ ਦੀ ਬਾਣੀ ਤੇ ਉਹਨਾਂ ਦੀਆਂ ਸਿੱਖਿਆਵਾਂ ਦੇ ਉੱਤੇ ਕੋਰਸ ਵੀ ਕਰਾਉਂਦੇ ਰਹੇ ਹੋ, ਤੇ ਆਪ ਜੀ ਬਹੁਤ ਜ਼ਿਆਦਾ ਪ੍ਰਭਾਵਿਤ ਵੀ ਹੋ ਉਹਨਾਂ ਦੀ ਬਾਣੀ ਤੋਂ। ਐਸੀ ਕਿਹੜੀ ਚੀਜ਼ ਤੁਸੀਂ ਦੇਖੀ ਉਹਨਾਂ ਦੀ ਬਾਣੀ ਦੇ ਵਿੱਚ ਜਿਸ ਨੇ ਤੁਹਾਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੀਤਾ ਕਿ ਤੁਸੀਂ ਬਾਬਾ ਫਰੀਦ ਜੀ ਦੀ ਬਾਣੀ ਨਾਲ ਇੰਨਾ ਉਸ ਤੇ ਖੋਜ ਕਾਰਜ ਕੀਤਾ, ਇੰਨਾ ਉਸ ਨਾਲ ਜੁੜੇ? ਜੀ ਬਹੁਤ ਵਧੀਆ ਸਵਾਲ ਆ ਤੇ ਬੜਾ ਪਰਸਨਲ ਸਵਾਲ ਆ। ਸੋ ਇਹਦੇ ਬਾਰੇ ਮੈਂ ਏਦਾਂ ਕਹੂੰਗਾ ਵੀ ਜਿਵੇਂ ਜਦੋਂ ਗੁਰਬਾਣੀ ਦੀ ਬਾਕਾਇਦਾ ਸਟੱਡੀ ਮੈਂ ਆਰੰਭ ਕੀਤੀ ਆਪਣੀ ਜਵਾਨੀ ਵੇਲੇ ਜੀ, ਤੇ ਉਹ ਬਾਣੀ ਦੇ ਬਾਰੇ ਉਹਦੇ ਅਰਥ ਪੜ੍ਹਨੇ ਸ਼ੁਰੂ ਕੀਤੇ, ਉਹਦਾ ਹੋਰ ਜਿਹੜੇ ਟੀਕੇ ਸੀ ਉਹਦਾ ਅਧਿਐਨ ਜਦੋਂ ਨਿੱਠ ਕੇ ਜਿਵੇਂ ਆਉਂਦੇ ਨਾ ਵੀ ਆਪਾਂ ਕਰਨਾ ਸ਼ੁਰੂ ਕੀਤਾ। ਹਾਂਜੀ, ਤੇ ਕੁਦਰਤੀ ਆ ਵੀ ਤੁਸੀਂ ਫਿਰ ਜਿਸ ਬਾਣੀ ਦਾ ਅਧਿਐਨ ਕਰ ਰਹੇ ਜੇ ਉਹਨੂੰ ਪੜ੍ਹੋਗੇ ਵੀ, ਉਹਦੇ ਨਾਲ ਫਿਰ ਤੁਹਾਡੀ ਸਾਂਝ ਵੀ ਬਣੇਗੀ, ਦਿਲੀ ਪਿਆਰ ਬਣੇਗਾ, ਤੁਹਾਡੀ ਰੁਚੀ ਉਹਦੇ ਵਿੱਚ ਪੈਦਾ ਹੋਵੇਗੀ, ਤੇ ਤਾਂ ਹੀ ਅਸਲ ਵਿੱਚ ਤੁਸੀਂ ਉਹਨਾਂ ਗੱਲਾਂ ਨੂੰ ਸਮਝ ਸਕਦੇ ਹੋ ਤੇ ਚੰਗੀ ਤਰ੍ਹਾਂ ਗ੍ਰਹਿਣ ਕਰ ਸਕਦੇ। ਸੋ ਉਸ ਵੇਲੇ ਮੈਂ ਜਦੋਂ ਇਹ ਬਾਬਾ ਫਰੀਦ ਜੀ ਦੇ ਸ਼ਲੋਕ ਪੜ੍ਹੇ ਨੇ ਨਾ, ਤੇ ਕਿਉਂਕਿ ਬੜੀ ਠੇਠ ਪੰਜਾਬੀ ਵਿੱਚ ਇਹ ਸ਼ਲੋਕ ਨੇ, ਬੜੇ ਪਿਆਰੇ ਸ਼ਲੋਕ ਨੇ, ਤੇ ਬੜੀਆਂ ਦੋ ਲਾਈਨਾਂ ਦੇ ਸੁਖਤੀ ਪਰਕ ਜਿਹੜੀਆਂ ਇਹਦੇ ਵਿੱਚ ਗੱਲਾਂ ਨੇ, ਉਹਨਾਂ ਨੇ ਮੇਰੇ ਦਿਲ ਨੂੰ ਉਹ ਸੱਚਮੁੱਚ ਹੀ ਦਿਲੋਂ ਟੁੰਬਿਆ ਤੇ ਮੇਰੇ ਦਿਲ ਨੂੰ ਛੂਹਿਆ ਇਹਨਾਂ ਸ਼ਲੋਕਾਂ ਨੇ। ਇੱਥੋਂ ਤੱਕ ਕਿ ਜੇ ਮੈਂ ਕਹਾਂ ਵੀ ਲਗਭਗ ਬਹੁਤੇ ਸ਼ਲੋਕ ਜਿਹੜੇ ਨੇ ਮੈਨੂੰ ਅੱਜ ਵੀ ਮੂੰਹ ਜ਼ਬਾਨੀ ਯਾਦ ਨੇ, ਤੇ ਉਹ ਇਹੋ ਹੀ ਸੀ ਵੀ ਉਹ ਦਿਲ ਨੂੰ ਛੂਹ ਗਏ ਜਿਵੇਂ ਇੱਕ ਵਾਰ। ਤੇ ਉਹਨਾਂ ਦੇ ਵਿੱਚ ਜਿਹੜੀਆਂ ਉਹ ਫਿਰ ਸਿੱਖਿਆਵਾਂ ਸਨ, ਫਿਰ ਅੱਗੇ ਜਦੋਂ ਹੋਰ ਵਧੇਰੇ ਸਟੱਡੀ ਕਰਦੇ ਹਾਂ ਅਸੀਂ, ਸਾਈਕੋਲੋਜੀਕਲੀ ਅਸੀਂ ਗੱਲਾਂ ਕਰਦੇ ਹਾਂ, ਦੇਖਦੇ ਹਾਂ, ਉਹਦੇ ਚ ਮੈਨੂੰ ਇੰਨਾ ਕੁਛ ਲੱਭਾ ਵੀ ਇਹ ਸ਼ਲੋਕ ਤੇ ਮਤਲਬ ਜਿਵੇਂ ਬੰਦੇ ਦੇ, ਮਨੁੱਖ ਦੇ ਅੰਦਰ ਦੀਆਂ ਗੱਲਾਂ ਪੈ ਕਰਦੇ।
ਉਹਦੇ ਅੰਦਰ ਨੂੰ ਕਿਵੇਂ ਸਵਾਰਨਾ ਆ, ਉਹਦੀ ਇਹ ਗੱਲ ਇਹਨਾਂ ਸਲੋਕਾਂ ਵਿੱਚ ਤੇ ਏਡੀ ਖੂਬਸੂਰਤੀ ਨਾਲ ਹੋਈ ਹੈ। ਮੈਂ ਇੱਕ ਦੋ ਉਦਾਹਰਨਾਂ ਤੁਹਾਡੇ ਸਾਹਮਣੇ ਦੇਵਾਂਗਾ। ਤੇ ਇਹ ਉਹਨਾਂ ਸਲੋਕਾਂ ਚੋਂ ਕੁਝ ਇੱਕ ਸਲੋਕ ਨੇ ਜਿਨ੍ਹਾਂ ਨੇ ਮੈਂ ਕਹਾਂ ਵੀ ਦਿਲ ਨੂੰ ਬੜਾ ਗਹਿਰਾਈ ਨਾਲ ਟੁੰਬਿਆ ਤੇ ਉੱਥੋਂ ਇੱਕ ਜੀਵਨ ਸੇਧ ਵੀ ਮਿਲੀ ਕਿ ਇਹ ਬਾਣੀ ਜਿਹੜੀ ਹੈ ਸਾਨੂੰ ਇਸ ਤਰ੍ਹਾਂ ਦਾ ਜੀਵਨ ਜਿਉਣ ਵਾਸਤੇ ਪ੍ਰੇਰ ਰਹੀ ਹੈ। ਸੋ ਬਾਬਾ ਫਰੀਦ ਜੀ ਦੇ ਸਲੋਕਾਂ ਦੀ ਆਪਾਂ ਜਦੋਂ ਗੱਲ ਕਰਦੇ ਹਾਂ, ਉਹਦੇ ਵਿੱਚ ਇੱਕ ਸਲੋਕ ਆਉਂਦਾ, ਵੇਖੋ ਅੱਜ ਸਾਰਾ ਦੁਨੀਆ ਜਿਹੜਾ ਸੰਸਾਰ ਹੈ, ਖਾਸ ਕਰਕੇ ਅਧਿਆਤਮਕ ਜੀਵਨ ਜਿਉਣ ਵਾਲੇ ਮਨੁੱਖਾਂ ਦੇ ਸਾਹਮਣੇ ਇੱਕ ਬੜਾ ਵੱਡਾ ਚੈਲੰਜ ਹੁੰਦਾ ਵੀ ਕਿਵੇਂ ਅਸੀਂ ਆਪਣੇ ਦੁੱਖਾਂ ਨੂੰ ਕਿਵੇਂ ਓਵਰਕਮ ਕਰੀਏ, ਦੂਰ ਕਰੀਏ। ਅਸੀਂ ਆਪਣੇ ਸਿਹਤ ਪੱਖੋਂ ਸਰੀਰ, ਕੋਈ ਬੰਦਾ ਨਹੀਂ ਦੁਖੀ ਹੋਣਾ ਚਾਹੁੰਦਾ, ਕੋਈ ਬੰਦਾ ਨਹੀਂ ਚਾਹੁੰਦਾ ਵੀ ਉਹਨੂੰ ਕੋਈ ਰੋਗ ਲੱਗੇ, ਕੋਈ ਬੰਦਾ ਨਹੀਂ ਚਾਹੁੰਦਾ ਵੀ ਉਹ ਬਿਮਾਰ ਹੋਵੇ। ਜਿਹੜੀ ਸਰੀਰਕ ਤੰਦਰੁਸਤੀ, ਮਾਨਸਿਕ ਤੰਦਰੁਸਤੀ, ਇਹ ਸਾਰੇ ਮਨੁੱਖ ਜਿਹੜੇ ਨੇ, ਮਨੁੱਖ ਦੀ ਪ੍ਰਕਿਰਤੀ ਹੈ ਵੀ ਉਹਦਾ ਸੁਭਾਅ ਉਹ ਚਾਹੁੰਦਾ। ਤੇ ਮੈਨੂੰ ਲੱਗਦਾ ਵੀ ਇੱਥੇ ਜਿਵੇਂ ਇਹ ਸਲੋਕ ਮੈਂ ਤੁਹਾਡੇ ਸਾਹਮਣੇ ਸਾਂਝਾ ਕਰਨ ਲੱਗਾ ਵੀ ਬਾਬਾ ਫਰੀਦ ਕੋਲ ਕੋਈ ਸੱਜਣ ਆਉਂਦੇ ਨੇ ਤੇ ਉਹ ਪੁੱਛਦੇ ਨੇ ਵੀ ਬਾਬਾ ਜੀ ਕੋਈ ਐਸਾ ਢੰਗ ਤਰੀਕਾ ਦੱਸੋ ਜਿਹਦੇ ਨਾਲ ਮੈਂ ਸਦਾ ਦੁੱਖਾਂ 'ਚ ਘਿਰਿਆ ਰਹੀ ਨਾ ਤੇ ਦੁੱਖ ਕੋਈ ਨਾ ਲੱਗੇ, ਸਰੀਰ ਜਿਹੜਾ ਅਰੋਗ ਹੋ ਜਾਏ। ਤੇ ਬਾਬਾ ਫਰੀਦ ਜੀ ਦੀਆਂ ਗੱਲਾਂ ਬੜੀਆਂ ਪਿਆਰੀਆਂ ਇਸ ਕਰਕੇ ਵੀ ਨਹੀਂ ਵੀ ਉਹਦੇ 'ਚ ਕੋਈ ਬਾਹਲਾ ਲੰਬਾ ਚੌੜਾ ਨਹੀਂ ਕੋਈ ਨੁਕਤਾ ਦੱਸਦੇ ਆ, ਬਾਹਲੀ ਲੰਬੀ ਚੌੜੀ ਨਹੀਂ ਕੋਈ ਪ੍ਰੈਕਟਿਸ ਦੱਸਦੇ ਵੀ ਤੂੰ ਇੰਨੇ ਸਾਲ ਆ ਕੰਮ ਕਰ ਤੇ ਏਦਾਂ ਕਰ ਤੇ ਫਿਰ ਕੋਈ ਅਚੀਵਮੈਂਟ ਹੋਏਗੀ। ਉਹ ਇਸ ਲੋਕ ਵਿੱਚ ਬੜੀਆਂ ਸਿੱਧੀਆਂ ਤੇ ਬੜੀਆਂ ਸਾਡੇ ਜੀਵਨ ਨਾਲ ਸੰਬੰਧਿਤ, ਜਿਹੜਾ ਅਸੀਂ ਰੋਜ਼ ਜਿਨ੍ਹਾਂ ਦੇ ਨਾਲ ਵਾਹ ਵਾਸਤਾ ਪੈਂਦਾ, ਉਹ ਕਰਕੇ ਵੇਖੋ ਕਿੰਨੀ ਖੂਬਸੂਰਤ ਗੱਲ ਕਹਿੰਦੇ ਨੇ। ਉਹ ਕਹਿੰਦੇ ਨੇ ਫਰੀਦਾ ਬੁਰੇ ਦਾ ਭਲਾ ਕਰ। ਹੁਣ ਉਹ ਜਿਹੜਾ ਸੱਜਣ ਪੁੱਛ ਰਿਹਾ ਨਾ, ਜਿਵੇਂ ਉਹਨੂੰ ਉਹ ਕਹਿ ਰਹੇ ਹੋ ਵੀ ਆਹ ਕੰਮ ਕਰਿਆ ਕਰ, ਕੀ ਕਰ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਬਸ ਦੋ ਹੀ ਗੱਲਾਂ ਕਹੀਆਂ, ਇੱਕ ਤੇ ਵੀ ਬੁਰੇ ਦਾ ਵੀ ਭਲਾ ਕਰ। ਇਹ ਗੱਲ ਹੁਣ ਹੈ ਤੇ ਥੋੜੀ ਔਖੀ, ਕਿਉਂਕਿ ਸਾਡੇ ਸੁਭਾਅ ਏਦਾਂ ਦੇ ਬਣ ਗਏ ਨੇ ਵੀ ਅਸੀਂ ਭਲਿਆਂ ਦਾ ਵੀ ਬੁਰਾ ਕਰ ਬਣਿਆ ਹੈ ਨਾ ਜੀ। ਇੱਕ ਹੁੰਦਾ ਵੀ ਬੁਰੇ ਦਾ ਬੁਰਾ ਨਾ ਸੋਚ, ਉਹ ਉਦੋਂ ਵੀ ਅੱਗੇ ਕਹਿ ਰਹੇ ਨੇ ਕਿ ਸੋਚਣ ਦੀ ਗੱਲ ਤੇ ਦੂਰ ਹੈ, ਸੋਚ ਵੀ ਨਾ ਤੇ ਕਰ ਵੀ ਨਾ। ਬੁਰੇ ਦਾ ਇੱਕ ਤਾਂ ਹੁੰਦਾ ਬੁਰੇ ਦਾ ਬੁਰਾ ਨਾ ਸੋਚ, ਬੁਰੇ ਦਾ ਬੁਰਾ ਨਾ ਕਰ। ਕਹਿੰਦੇ ਵੀ ਇੱਕ ਸਟੈਪ ਹੋਰ ਗਾਂਹ ਵੱਧ, ਬੁਰੇ ਦਾ ਭਲਾ ਕਰ। ਤੇਰੇ ਨਾਲ ਜਿਹਨੇ ਕੋਈ ਬੁਰਾਈ ਵੀ ਕਰ ਲਈ, ਕਰ ਦਿੱਤੀ ਹੈ ਨਾ, ਤੂੰ ਉਹਨੂੰ ਵੀ ਨਜ਼ਰ ਅੰਦਾਜ਼ ਕਰਕੇ ਉਹਦਾ ਵੀ ਕੰਮ ਸਵਾਰਨ ਵਾਲੇ ਪਾਸੇ ਜਾ, ਉਹਦਾ ਵੀ ਭਲਾ ਕਰਨ ਬਾਰੇ ਸੋਚ ਤੇ ਗੁੱਸਾ ਮਨ ਨਾ ਹਟਾਏ। ਜੇ ਕਿਸੇ ਨੇ ਕੁਝ ਕਹਿਤਾ, ਮਨ ਵਿੱਚ ਗੁੱਸਾ ਨਾ ਲਿਆ, ਗਿਲਾ ਨਾ ਲਿਆ। ਇਹਦੇ ਨਾਲ ਕੀ ਹੋਏਗਾ ਜੀ? ਹੁਣ ਇਹ ਦੋ ਗੱਲਾਂ ਦੱਸੀਆਂ ਨੇ ਸਿਰਫ, ਬੁਰੇ ਦਾ ਭਲਾ ਕਰ ਤੇ ਗੁੱਸਾ ਮਨ ਨਾ ਹਟਾਏ। ਤੇ ਅੱਗੇ ਵੇਖੋ ਕਿੱਡੀ ਖੂਬਸੂਰਤ ਗੱਲ, ਕਹਿੰਦੇ ਦੇਹੀ ਰੋਗ ਨਾ ਲੱਗੇ। ਲਓ, ਤੂੰ ਆਨਾ ਵੀ ਰੋਗ ਤੈਨੂੰ ਚਮੜੇ ਰਹਿੰਦੇ ਨੇ, ਦੁੱਖ ਚਮੜੇ ਰਹਿੰਦੇ ਨੇ, ਉਹ ਕਹਿੰਦੇ ਨੇ ਜਾ ਮੈਂ ਲਿਖਤੀ ਗਾਰੰਟੀ ਦੇਣਾ ਵੀ ਤੈਨੂੰ ਕੋਈ ਨਾ ਤਨ ਮਨ ਨੂੰ ਕੋਈ ਰੋਗ ਨਹੀਂ ਲੱਗੇਗਾ। ਐਂਡ ਨਾਟ ਓਨਲੀ ਦੈਟ, ਪਲੱਸ ਪੱਲੇ ਸਭ ਕੁਝ ਪਾਏ, ਜੋ ਚਾਹੇਗਾ ਮਿਲੇਗਾ, ਸਭ ਕੁਝ ਪੱਲੇ। ਯਾਨੀ ਇਹ ਤੇ ਤੁਸੀਂ ਵੇਖੋ ਕਿੰਨੀ ਪ੍ਰੈਕਟੀਕਲ ਗੱਲ ਹੈ, ਕਿੰਨੀ ਖੂਬਸੂਰਤ ਗੱਲ ਹੈ। ਤੇ ਸਾਡੇ ਅਸੀਂ ਇਹ ਚਾਹੀਏ ਨਾ, ਜੇ ਕੰਮ ਵੇਖੋ ਔਖੇ ਨੇ ਥੋੜੇ, ਦੇਖੋ ਬੁਰੇ ਦਾ ਭਲਾ ਕਰਨਾ ਕੋਈ ਸੌਖੀ ਗੱਲ ਨਹੀਂ, ਗੁੱਸਾ ਮਨ ਵਿੱਚ ਨਾ ਲਿਆਉਣਾ ਇਹ ਵੀ ਸੌਖਾ ਨਹੀਂ ਕੰਮ, ਪਰ ਉਂਝ ਸੌਖਾ ਇਸ ਕਰਕੇ ਹੈ ਵੀ ਇਹ ਬੜਾ ਪ੍ਰੈਕਟੀਕਲ ਕੰਮ ਹੈ ਜਿਹਨੂੰ ਹਰ ਕੋਈ ਕਰ ਸਕਦਾ। ਇਹਦੇ ਲਈ ਕੋਈ ਬਾਹਲੀ ਸਿੱਖਿਆ ਸਿੱਖਣ ਦੀ ਲੋੜ ਨਹੀਂ, ਕੋਈ ਬਾਹਲਾ ਕੋਈ ਅਭਿਆਸ ਆਖੋ ਵੀ ਮੈਡੀਟੇਸ਼ਨ ਕਰਨ ਦੀ ਲੋੜ ਆ, ਉਹ ਵੀ ਨਹੀਂ ਕੋਈ ਗੱਲ। ਵੀ ਇਹ ਗੱਲਾਂ ਬੜੀਆਂ ਸਪਸ਼ਟ ਨੇ, ਸਿੱਧੀਆਂ ਨੇ, ਜੇ ਅਸੀਂ ਅਮਲ ਵਿੱਚ ਇਹ ਆ ਜਾਣ ਤੇ ਇਹਦੇ ਨਾਲ ਇਹ ਅਚੀਵਮੈਂਟ ਹੋ ਸਕਦੀ। ਇਹਦੇ ਨਾਲ ਹੀ ਸੰਬੰਧਿਤ ਇੱਕ ਹੋਰ ਸ਼ਬਦ ਹੈ ਵੀ ਜਿਵੇਂ ਉੱਥੇ ਹੁਣ ਬੰਦਾ ਪੁੱਛਦਾ ਕਿ ਜੀ ਬਾਬਾ ਜੀ ਠੀਕ ਹੈ, ਤੁਸੀਂ ਇਸ ਦੁਨੀਆ ਬਾਰੇ ਤੇ ਦੱਸਦਾ ਵੀ ਇਹਦੇ ਨਾਲ ਬੰਦਾ ਨਿਰੋਗ ਹੋ ਸਕਦਾ, ਤੰਦਰੁਸਤ ਹੋ ਸਕਦਾ, ਦੁੱਖ ਨਹੀਂ ਆਉਣਗੇ। ਹੁਣ ਜਿਹੜੇ ਧਰਮ ਨੇ ਲਗਭਗ ਸਾਰੇ ਹੀ ਉਹ ਸਾਨੂੰ ਇਸ ਸੰਸਾਰ ਤੋਂ ਬਾਅਦ ਅਗਲੇ ਸੰਸਾਰ ਦੀ ਵੀ ਗੱਲ ਕਰਦੇ ਤੇ ਉਹ ਦੱਸਦੇ ਨੇ ਵੀ ਉੱਥੇ ਬੰਦੇ ਨੂੰ, ਜਿਹੜੇ ਬੰਦੇ ਮਾੜੇ ਕੰਮ ਕਰਦੇ ਨੇ ਨਾ, ਉਹਨਾਂ ਨੂੰ ਉੱਥੇ ਨਰਕਾਂ ਸੁੱਟਿਆ ਜਾਂਦਾ, ਉੱਥੇ ਅੱਗ ਪਈ ਬਲਦੀ ਹੈ, ਉਹਦੇ ਵਿੱਚ ਪਾਇਆ ਜਾਂਦਾ। ਇਸਲਾਮ ਦੇ ਵਿੱਚ ਵੀ ਇਹ ਦੋਜ਼ਖ ਦਾ ਜ਼ਿਕਰ ਆਉਂਦਾ ਹੈ, ਦੋਜ਼ਖ ਵਿੱਚ ਬਲਦੀ ਅੱਗ ਦਾ ਜ਼ਿਕਰ ਆਉਂਦਾ। ਵੀ ਬੰਦਾ ਪੁੱਛਦਾ ਵੀ ਬਾਬਾ ਜੀ ਉਹਦੇ ਤੋਂ ਕਿਵੇਂ ਬਚਾਅ ਹੋਏਗਾ, ਦੂਜਾ ਸਵਾਲ। ਤੇ ਉਹਦਾ ਵੀ ਜਵਾਬ ਵੇਖੋ ਬਾਬਾ ਜੀ ਮਤਲਬ ਕਿੱਡਾ ਸਿੰਪਲ ਤੇ ਕਿੱਡਾ ਉਹ ਦੱਸਦੇ ਨੇ ਵੀ ਜਿਹੜਾ ਹਰ ਕੋਈ ਜਿਹਨੂੰ ਕਰ ਸਕਦਾ। ਤੇ ਉਹ ਹੈ ਜੀ ਸਲੋਕ, ਫਰੀਦਾ ਮਨ ਮੈਦਾਨ ਕਰ। ਤੇ ਸ਼ਬਦਾਵਲੀ ਵੇਖੋ ਜਿਹੜੀ ਆਮ ਬੰਦਾ ਸਮਝ ਸਕਦਾ, ਮੈਦਾਨ ਕਰਦੇ ਜਿਵੇਂ ਹੁੰਦਾ ਨਾ, ਵਾਹੀ ਪੈਲੀ ਵਾਹੀ ਹੈ, ਉੱਚੀ ਨੀਵੀਂ ਹੈ, ਉਹਦੇ ਤੇ ਸੁਹਾਗਾ ਮਾਰੀਦਾ ਵੀ ਇਹ ਹੁਣ ਪਲੇਨ ਹੋ ਜੇ, ਤਾਂ ਹੀ ਉਹਦੇ ਵਿੱਚ ਜਿਹੜੇ ਆ ਬੀਜ ਚੰਗੀ ਤਰ੍ਹਾਂ ਪੈ ਸਕਦਾ ਤੇ ਫਸਲ ਜਿਹੜੀ ਉਹ ਉੱਗਦੀ। ਫਰੀਦਾ ਮਨ ਮੈਦਾਨ ਕਰ, ਟੋਏ ਟਿੱਬੇ ਲਾਹੇ। ਇਹ ਮਨ ਦੇ ਵਿੱਚ ਜਿਹੜੇ ਟੋਏ ਟਿੱਬੇ ਬਣੇ ਹੋਏ ਨੇ ਨਾ, ਕਿਸੇ ਨਾਲ ਮੋਹ ਹੈ, ਕਿਸੇ ਨਾਲ ਈਰਖਾ ਹੈ ਨਾ, ਕਿਤੇ ਨਿੰਦਿਆ ਹੈ, ਕਿਤੇ ਕਿਸੇ ਦੀ ਉਸਤਤ ਖੁਸ਼ਾਮਦ ਬੰਦਾ ਪਿਆ ਕਰਦਾ ਹੈ ਨਾ, ਇਹ ਬੰਦੇ ਦੇ ਅੰਦਰ ਵੇਖੋ ਕਿਸ ਤਰ੍ਹਾਂ ਦੇ ਚੱਲਦੇ ਨੇ। ਉਹਦੇ ਪੋਜ਼ਿਟਿਵ ਚੀਜ਼ਾਂ ਵੀ ਨੇ, ਨੈਗੇਟਿਵ ਨੇ, ਇਹਨਾਂ ਦੇ ਵਿੱਚ ਹੀ ਬੰਦਾ ਜਿਹੜਾ ਉਲਝਿਆ ਹੋਇਆ ਕਰਦਾ। ਇਹ ਕੱਢ ਦੇ ਬਾਹਰ।
ਇਹ ਸਾਰੇ ਬਾਹਰ ਕੱਢ ਕੇ ਇਹਨਾਂ ਦੇ ਮਨ ਨੂੰ ਸਵਾਰ ਲੈ, ਇਹਨੂੰ ਸਾਦਾ ਕਰ ਲਾ, ਇਹਨੂੰ ਪਲੇਨ ਬਣਾ ਲਾ, ਮੈਦਾਨ ਵਾਂਗ ਕਰਦੇ ਇਹਨੂੰ, ਤੇ ਕੀ ਹੋਏਗਾ ਜੀ? ਦੇਖੋ ਹੁਣ ਕੰਮ ਤਾਂ ਸੌਖਾ ਹੀ ਦੱਸਿਆ, ਵੀ ਇਹ ਕੀ ਕੰਮ ਦੱਸਿਆ? ਮਨ ਮੈਦਾਨ ਕਰ, ਤੇ ਸੰਕੇਤ ਵੀ ਕਰਤਾ ਵੀ ਟੋਏ ਟਿੱਬੇ ਲਾਏ। ਇਹਦੇ ਵਿੱਚ ਜੋ ਟੋਏ ਟਿੱਬੇ ਨੇ ਨਾ, ਆਪਣੇ ਪਰਾਏ ਦਾ ਫਰਕ ਹੈ ਜਾਂ ਹੋਰ ਜੋ ਵੀ ਗੱਲਬਾਤ ਹੈ, ਉਹ ਕੱਢਦੇ ਬਾਹਰ। ਤੇ ਕੀ ਹੋਏਗਾ ਜੀ? ਤੇ ਉਹਦਾ ਜਵਾਬ ਦਿੰਦੇ ਨੇ, ਅੱਗੇ ਮੂਲ ਨਾ ਆਵਸੀ ਦੋਜਕ ਸੰਧੀ ਪਾਏ। ਉਹ ਜਿਹੜੀ ਅੱਗੇ ਕਹਿੰਦਾ ਨਾ, ਤੂੰ ਦੋਜ਼ਖ ਦੀ ਅੱਗ ਪਈ ਬਣਦੀ ਹੈ, ਕਹਿੰਦੇ ਉਹ ਬਿਲਕੁਲ ਨਹੀਂ ਆਏਗੀ। ਸੋ ਮੈਂ ਜਦੋਂ ਇਹਨਾਂ ਸ਼ਲੋਕਾਂ ਨੂੰ ਪੜ੍ਹਦਾ ਸਾਂ, ਵੀ ਇਹ ਗੱਲ ਮੇਰੇ ਲਈ ਬਿਲਕੁਲ ਨਵੀਂ ਸੀ, ਕਿਉਂਕਿ ਇਸ ਤਰ੍ਹਾਂ ਦੀ ਗੱਲਾਂ ਕਿਸੇ ਆਮ ਅਸੀਂ ਸੁਣਦੇ ਨਹੀਂ ਵੀ ਅਧਿਆਤਮਕ ਖੇਤਰ ਵਿੱਚ ਸਾਨੂੰ ਦੱਸੀਆਂ ਜਾਂਦੀਆਂ ਹੋਣ। ਉੱਥੇ ਥੋੜੀਆਂ ਹੋਰ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਦੱਸੀਆਂ ਜਾਂਦੀਆਂ, ਤੇ ਮੇਰੇ ਲਈ ਬੜੀਆਂ ਸਪਸ਼ਟ ਗੱਲਾਂ ਸੀ ਵੀ ਆਹ ਤੇ ਬਹੁਤ ਖੂਬਸੂਰਤ ਗੱਲ ਜਿਹੜੀ ਮੈਨੂੰ, ਜਦੋਂ ਮੈਂ ਪੜ੍ਹ ਰਿਹਾ ਸਾਂ ਲੋਕਾਂ ਨੂੰ, ਵੀ ਮੈਨੂੰ ਕਰਨੀ ਪੈਣੀ, ਮੈਨੂੰ ਆਪਣੇ ਮਨ ਨੂੰ ਮੈਦਾਨ ਕਰਨ ਦੀ ਲੋੜ ਹੈ, ਮੈਨੂੰ ਆਪਣੇ ਅੰਦਰੋਂ ਗੁੱਸੇ ਨੂੰ ਦੂਰ ਕਰਨ ਦੀ ਲੋੜ ਹੈ, ਮੈਨੂੰ ਆਪਣੇ ਅੰਦਰੋਂ ਬੁਰਾਈ ਨੂੰ ਕੰਟਰੋਲ ਕਰਕੇ ਇਹਦੇ ਭਲੇ ਵਾਲੇ ਪਾਸੇ ਜਿਹੜਾ ਲੈ ਕੇ ਜਾਣ ਦੀ ਲੋੜ ਹੈ। ਮੈਂ ਇੱਥੇ ਤੁਹਾਨੂੰ ਇੱਕ ਹੋਰ ਗੱਲ ਜੋੜਨੀ ਚਾਹਾਂਗਾ ਵੀ ਇਹ ਜਿਹੜਾ ਸ਼ਲੋਕ ਹੈ ਬਾਬਾ ਜੀ ਦਾ, ਫਰੀਦਾ ਮਨ ਮੈਦਾਨ ਕਰ, ਇਹਦੇ ਨਾਲ ਹੀ ਫਿਰ ਗੁਰੂ ਪੰਚਮ ਪਾਤਸ਼ਾਹ ਦਾ ਸ਼ਲੋਕ ਹੈ ਜਿਹੜਾ ਇਹਦੀ ਥੋੜੀ ਹੋਰ ਅੱਗੇ ਵਿਆਖਿਆ ਕਰਦਾ, ਤੇ ਉਹ ਕਹਿੰਦਾ ਹੈ, ਮਹਲਾ ਪੰਜਵਾਂ ਉੱਥੇ ਟਾਈਟਲ ਹੈ ਉਹਦਾ ਸ਼ਲੋਕ ਦਾ, ਫਰੀਦਾ ਖਲਕ ਮੈਂ ਖਲਕ ਵਸੈ ਰੱਬ ਮਾਹੇ, ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ। ਇਹਨੇ ਉਹਦੀ ਹੋਰ ਅੱਗੇ ਵਿਆਖਿਆ ਕਰ ਦਿੱਤੀ ਵੀ ਇਹ ਖਾਲਕ ਤੇ ਖਲਕਤ ਇਹ ਇੱਕ ਮਿਕ ਨੇ, ਤੂੰ ਇੱਕ ਦੂਜੇ ਦੇ ਵਿੱਚ ਪਏ ਵਸਦੇ, ਫਿਰ ਕਿਹਨੂੰ ਅਸੀਂ ਮੰਦਾ ਆਖੀਏ ਤੇ ਕਿਹਨੂੰ ਅਸੀਂ ਚੰਗਾ ਆਖੀਏ, ਜਦੋਂ ਸਾਰਿਆਂ ਵਿੱਚ ਉਹ ਆਪ ਵਸਦਾ। ਸੋ ਇਸ ਤਰ੍ਹਾਂ ਦੇ ਏਡੇ ਪਿਆਰੇ ਸ਼ਲੋਕ ਨੇ ਵੀ ਇਹਨਾਂ ਦੀ ਅਸੀਂ ਮਤਲਬ ਜਿੰਨੀ ਗੱਲ ਕਰੋ ਓਨਾ ਹੀ ਜਿਹੜਾ ਉਹ ਜਾਪਦਾ ਵੀ ਇਹ ਥੋੜੀ ਹੈ। ਇੱਕ ਹੋਰ ਮੈਂ ਸ਼ਲੋਕ ਇੱਥੇ ਤੁਹਾਨੂੰ ਤੁਹਾਡੇ ਸਾਹਮਣੇ ਲਿਆਉਣਾ ਚਾਹਾਂਗਾ, ਉਹ ਵੀ ਐਸਾ ਸ਼ਲੋਕ ਸੀ ਜਿਹਨੇ ਬੜਾ ਪ੍ਰਭਾਵ ਮੇਰੇ ਤਨ ਮਨ ਦੇ ਉੱਤੇ ਪਾਇਆ, ਤੇ ਮੈਨੂੰ ਸੇਧ ਵੀ ਦਿੱਤੀ, ਮੈਨੂੰ ਆਪਣੇ ਜੀਵਨ ਵਿੱਚ ਉਹਦੀ ਪ੍ਰੇਰਨਾ ਵੀ ਮਿਲੀ ਵੀ ਅੱਗੇ ਬੰਦੇ ਨੂੰ ਕੀ ਕਰਨਾ ਚਾਹੀਦਾ ਤੇ ਕਿਸ ਤਰ੍ਹਾਂ ਕਰਨਾ ਚਾਹੀਦਾ। ਪਲੱਸ ਉਹਦਾ ਸੰਬੰਧ ਇੱਧਰ ਵੀ ਬਣਦਾ ਹੈ ਕਿ ਯਾਰ ਅਸੀਂ ਕਹਿੰਦੇ ਨਾ, ਗੁਰਮਤਿ ਦਾ ਇੱਕ ਗੁਰੂ ਨਾਨਕ ਸਾਹਿਬ ਦਾ ਪ੍ਰਿੰਸੀਪਲ ਸਾਨੂੰ ਪੂਰਾ ਦਿੱਤਾ ਵੀ ਧਰਮ ਦੀ ਕਿਰਤ ਕਰਨੀ ਹੈ ਤੇ ਵੰਡ ਕੇ ਛਕਣਾ, ਤੇ ਵੰਡ ਕੇ ਛਕਣ ਦੀ ਜਿਹੜੀ ਸਿੱਖੀ ਦੀ ਮਰਿਆਦਾ, ਸਿੱਖੀ ਦੀ ਜੋ ਪਰੰਪਰਾ ਹੈ, ਉੱਥੇ ਵੰਡ ਕੇ ਛਕਣ ਤੋਂ ਭਾਵ ਕੋਈ ਗਿਣਤੀ ਮਿਣਤੀ ਦਾ ਵੰਡ ਕੇ ਛਕਣਾ ਨਹੀਂ। ਉੱਥੇ ਇਹ ਆਉਂਦਾ ਕਿ ਦੂਜੇ ਨੂੰ ਛਕਾ ਕੇ ਤੇ ਫਿਰ ਆਪ ਛਕਣਾ ਹੈ ਨਾ, ਹੱਥੋਂ ਦੇ ਕੇ ਭਲਾ ਮਨਾਵੇ ਭਗਤ, ਭਾਈ ਗੁਰਦਾਸ ਜੀ ਕਹਿੰਦੇ। ਯਾਨੀ ਇਹ ਬੜੀ ਖੂਬਸੂਰਤ ਇਹ ਗੱਲਾਂ ਨੇ। ਸੋ ਇਹਨਾਂ ਦਾ ਵੀ ਜ਼ਿਕਰ ਮੈਂ ਇੱਕ ਜਗ੍ਹਾ ਦੇਖਦਾ, ਬਾਬਾ ਫਰੀਦ ਦਾ ਉਸ ਲੋਕ ਵਿੱਚ ਕਹਿੰਦੇ ਨੇ, ਮਤ ਹੁੰਦੀ ਹੋਏ ਇਆਣਾ, ਤਾਣ ਹੁੰਦਾ ਹੋਏ ਨਿਤਾਣਾ, ਅਣ ਹੁੰਦੇ ਆਪ ਵੰਡਾਏ, ਉਹ ਐਸਾ ਭਗਤ ਸਦਾਏ। ਭਗਤ ਦੀ ਗੱਲ ਕਰਦੇ, ਭਗਤ ਕੌਣ ਹੈ ਕਿਸੇ ਨੇ ਪੁੱਛਿਆ, ਤੇ ਹੁਣ ਵੇਖੋ ਜੋ ਭਗਤ ਦੀ ਡੈਫੀਨੇਸ਼ਨ ਦੇ ਰਹੇ ਨੇ ਨਾ, ਉਹ ਜੋ ਆਮ ਧਾਰਮਿਕ ਸ਼ਬਦਾਵਲੀ ਦੇ ਵਿੱਚ ਅਸੀਂ ਲੋਕ ਕਈ ਵਾਰ ਵੇਖਦੇ ਹਾਂ, ਪੜ੍ਹਦੇ ਹਾਂ, ਉਹਦੇ ਤੋਂ ਵੱਖਰੀ ਹੈ। ਉੱਥੇ ਕਿਹਾ ਜਾਂਦਾ ਵੀ ਆਪਣਾ ਜਿਹੜਾ ਹੈ ਤੁਹਾਡਾ ਕੀ ਉਹਨੂੰ ਕਹਿੰਦੇ ਨੇ ਕਿ ਵੀ ਭਗਤ ਉਹ ਹੈ ਵੀ ਜਿਹੜਾ ਜਿਵੇਂ ਵੀ ਬਿਲਕੁਲ ਸਾਦੇ ਕੱਪੜੇ ਪਾਉਂਦਾ, ਚੁੱਪਚਾਪ ਬੈਠਾ ਹੈ, ਇਸ ਤਰ੍ਹਾਂ ਦੀ ਇਹ ਪ੍ਰਭਾਵ ਸਾਨੂੰ ਮਿਲਦਾ। ਪਰ ਇਸ ਸ਼ਲੋਕ ਵਿੱਚ ਜੋ ਗੱਲ ਕਹੀ ਜਾ ਰਹੀ, ਕਹਿੰਦੇ ਮਤ ਹੁੰਦੀ ਹੋਏ ਇਆਣਾ, ਇਹਦੇ ਚ ਬੜੀ ਸੂਖਮ ਗੱਲ ਹੈ ਵੀ ਭਗਤ ਉਹ ਹੈ, ਉਹ ਨਹੀਂ ਵੀ ਜਿਹੜਾ ਸਿਰਫ ਆਪਣੇ ਆਪ ਨੂੰ ਨਿਰਮਾਣ ਹੀ ਸਮਝੇ। ਅਸੀਂ ਸਮਝਦੇ ਵੀ ਜਿਹੜਾ ਆਪਣੇ ਆਪ ਨੂੰ ਨਿਰਮਾਣ ਇਆਣਾ ਸਮਝੇ ਉਹ ਭਗਤ। ਕਹਿੰਦੇ ਨਹੀਂ, ਵੀ ਜੇ ਮਤ ਨਹੀਂ ਹੈਗੀ ਤੇ ਆਣਾ ਸਮਝੇ ਤੇ ਕੋਈ ਬੜੀ ਵੱਡੀ ਗੱਲ ਨਹੀਂ। ਜੇ ਬੰਦੇ ਨੂੰ ਪਤਾ ਹੀ ਨਹੀਂ ਕੁਛ ਤੇ ਉਹ ਕਹੇ ਜੀ ਮੈਨੂੰ ਕੁਛ ਨਹੀਂ ਪਤਾ, ਤੇ ਇਹਦੇ ਚ ਕਿਹੜੀ ਖਾਸੀਅਤ ਹੈ? ਤੋ ਖੂਬੀ ਇਹ ਆਉਂਦੇ ਵੀ ਮਤ ਹੋਵੇ, ਭਗਤ ਹੋਵੇ ਤੇ ਸਿਆਣਾ, ਉਹ ਮਤਵਾਨ ਹੋਵੇ, ਉਹਦੇ ਕੋਲ ਬੁੱਧੀ ਹੋਵੇ, ਉਹਦੇ ਕੋਲ ਗਿਆਨ ਹੋਵੇ, ਪਰ ਗਿਆਨ ਹੁੰਦਿਆਂ ਹੋਇਆਂ ਆਪਣੇ ਆਪ ਨੂੰ ਨਿਰਮਾਣ ਸਮਝੇ। ਫਿਰ ਅੱਗੇ ਵੇਖੋ ਵੀ ਬੰਦਾ ਜਿਹੜਾ ਨਿਤਾਣਾ ਹੋਇਆ ਰਵੇ, ਵੀ ਬੰਦੇ ਕੋਲ ਕੁਛ ਕਰਨ ਦੀ ਸਮਰੱਥਾ ਹੀ ਨਾ ਹੋਵੇ, ਇਹ ਨਹੀਂ ਗੱਲ। ਉਹ ਕਹਿੰਦੇ ਤਾਣ ਹੁੰਦੇ ਹੋਏ ਨਿਤਾਣਾ। ਸੋ ਤਾਣ ਪਾਵਰ, ਸ਼ਕਤੀ ਜਿਹਨੂੰ ਅਸੀਂ ਕਹਿੰਦੇ ਤਾਕਤ, ਬੰਦੇ ਕੋਲ ਸਰੀਰਕ, ਮਾਨਸਿਕ, ਸਮਾਜਿਕ, ਰਾਜਨੀਤਿਕ ਇਹ ਤਾਕਤ ਵੀ ਚਾਹੀਦੀ ਹੈ, ਪਰ ਤਾਕਤ ਹੋ ਕੇ ਉਹ ਫਿਰ ਜ਼ੁਲਮ ਵਾਲੇ ਪਾਸੇ ਨਾ ਪਵੇ, ਉਹ ਦੂਜੇ ਨਾਲ ਧੱਕਾ ਨਾ ਕਰੇ, ਉਹ ਆਪਣੇ ਆਪ ਨੂੰ ਨਿਤਾਣਾ ਸਮਝ ਕੇ ਤੇ ਜੀਵਨ ਜਿਹੜੀ ਜਾਂਚ ਉਹ ਇਹਦੇ ਚਲਾਵੇ। ਅੱਗੇ ਫਿਰ ਜਿਹੜੀ ਗੱਲ ਹੈ ਨਾ, ਮੈਂ ਜਿੱਧਰ ਆ ਰਿਹਾ ਸਾਂ, ਅਣ ਹੁੰਦੇ ਆਪ ਵੰਡਾਏ, ਇਹ ਬੜੀ ਖੂਬਸੂਰਤ ਗੱਲ ਹੈ। ਉਂਝ ਤੁਸੀਂ ਇਹਨੂੰ ਰੈਸ਼ਨਲੀ ਵੇਖੋ, ਤੁਸੀਂ ਕਹੋ ਵੀ ਇਹ ਕਿਵੇਂ ਹੋ ਸਕਦਾ? ਉਹ ਕਹਿੰਦੇ ਕੁਝ ਨਾਮ ਹੀ ਹੋਵੇ ਨਾ ਤੇ ਆਪਣਾ ਆਪਾ ਵੰਡਾ ਦੇਵੇ। ਇਹ ਮੈਂ ਸਮਝਦਾ ਵੀ ਰੂਹਾਨੀ ਦੁਨੀਆ ਦੀ, ਅਧਿਆਤਮਕ ਸੰਸਾਰ ਦੀ ਇਹ ਤੋਂ ਉੱਚੀ ਗੱਲ ਨਹੀਂ ਕੋਈ ਹੋਣੀ, ਵੀ ਜਿੱਥੇ ਜੇ ਕੋਈ ਨਹੀਂ ਹੈਗਾ ਨਾ ਤੇ ਆਪਣੇ ਆਪੇ ਨੂੰ ਵੰਡਾਉਣ ਦੀ ਜਿਹੜੀ ਗੱਲ ਹੈ। ਸੋ ਇਹਦਾ ਭਾਵ ਹੈ ਵੀ ਬੰਦੇ 'ਚ ਉਹ ਖਲਕਤ ਨਾਲ ਇੰਨਾ ਪਿਆਰ ਹੈ, ਉਹ ਵੰਡ ਕੇ ਛਕਣ ਉਹਦੇ ਲਈ ਕੋਈ ਸਿਰਫ ਇੱਕ ਖਾਨਾ ਪੂਰਤੀ ਨਹੀਂ,
ਵੀ ਕਿਹਾ ਤੇ ਵੀ ਇੰਜ ਕਰਨਾ ਹੈ, ਚਲੋ ਦੁਖੀ ਹੋ ਕੇ ਜਿਵੇਂ ਅਸੀਂ ਕਰਦੇ ਹਾਂ ਵੀ ਦਸਵੰਧ ਕੱਢਣੀ ਹੈ ਵੀ ਚਲੋ ਹੁਣ ਮਜ਼ਦੂਰੀ ਚਲੋ ਏਦਾਂ ਕਰ ਲਓ, ਘੱਟ ਕਰ ਲਓ, ਵੱਧ ਕਰ ਲਓ। ਤੇ ਉੱਥੇ ਉਹ ਹੈ ਵੀ ਉਹਨੂੰ ਖਲਕਤ ਨਾਲ, ਦੂਜੇ ਇਨਸਾਨਾਂ ਨਾਲ, ਦੂਜੀ ਸਮਾਜ ਨਾਲ ਉਹਦਾ ਇੰਨਾ ਸਨੇਹ ਬਣਿਆ ਹੈ, ਉਹਦਾ ਇੰਨਾ ਸੰਬੰਧ ਬਣਿਆ ਹੈ, ਉਹਦੇ ਵਿੱਚ ਉਹ ਖਾਲਕ ਨੂੰ ਵੇਖ ਰਿਹਾ ਇਸ ਤਰ੍ਹਾਂ ਵੀ ਉਹ ਨਾ ਵੀ ਕੁਝ ਹੋਵੇ ਤਾਂ ਵੀ ਉਹਨਾਂ ਦੇ ਨਾਲ ਖੜ ਕੇ ਉਹਨਾਂ ਦੇ ਨਾਲ ਖੜਦਾ ਹੈ, ਉਹਨਾਂ ਦੇ ਨਾਲ ਬਣਾਉਣ ਦੀ ਗੱਲ ਕਰਦਾ ਹੈ। ਤੇ ਇੱਥੇ ਮੈਂ ਖਲੀਲ ਜਿਬਰਾਨ ਦਾ ਇੱਕ ਦੀ ਪ੍ਰੋਫਿਟ ਵਿੱਚ ਬੜਾ ਪਿਆਰਾ ਕੋਟ ਹੈ ਜਿਹੜਾ ਬਿਲਕੁਲ ਇਹਦੇ ਨਾਲ ਹੂਬਹੂ ਰਲਦਾ, ਤੁਹਾਨੂੰ ਮੈਂ ਦੱਸਦਾ ਜੀ। ਇੰਗਲਿਸ਼ ਵਿੱਚ ਹੈ, ਉਹ ਕਹਿੰਦੇ ਨੇ ਯੂ ਗਿਵ ਬਟ ਲਿਟਲ ਵੈਨ ਯੂ ਗਿਵ ਆਫ ਯੋਰ ਪੋਜੈਸ਼ਨਸ। ਜਦੋਂ ਜੋ ਕੁਝ ਤੁਹਾਨੂੰ ਦਿੱਤੇ ਨੇ ਕੁਦਰਤ ਨੇ, ਇਹਨਾਂ ਚੋਂ ਜਦੋਂ ਕੁਝ ਤੁਸੀਂ ਕਿਸੇ ਨੂੰ ਕੁਝ ਦਿੰਦੇ ਹੋ ਤੇ ਇਹ ਸਮਝੋ ਬਹੁਤ ਥੋੜਾ ਕੁਝ ਦਿੱਤਾ। ਫਿਰ ਬਹੁਤਾ ਕਦੋਂ ਦਿੱਤਾ? ਤੇ ਅਗਲੀ ਲਾਈਨ 'ਚ ਕਹਿੰਦੇ ਨੇ ਇਟ ਇਜ਼ ਵੈਨ ਯੂ ਗਿਵ ਆਫ ਯੋਰਸੈਲਫ ਦੈਟ ਯੂ ਟਰੂਲੀ ਗਿਵ। ਜਦੋਂ ਤੁਸੀਂ ਆਪਣੇ ਆਪੇ ਨੂੰ ਦੂਜੇ ਨਾਲ ਸਾਂਝਾ ਕਰਦੇ ਤੇ ਵੰਡਦੇ ਹੋ ਨਾ, ਉਦੋਂ ਜਾਣੋ ਕਿ ਤੁਸੀਂ ਬਹੁਤਾ ਦਿੱਤਾ। ਇਹੋ ਹੀ ਬਾਬਾ ਫਰੀਦ ਕਹਿੰਦਾ, ਅਣਹੋਂਦੇ ਆਪ ਵੰਡਾਏ ਉਹ ਐਸਾ ਭਗਤ ਸਦਾ। ਸੋ ਇਸ ਤਰ੍ਹਾਂ ਦੇ ਮਤਲਬ ਮੈਂ ਕਹਾਂ ਨਾ ਵੀ ਜੇ ਸਾਰੇ ਸ਼ਲੋਕ ਇਹੋ ਜਿਹੇ, ਇੱਕ ਨਹੀਂ ਸਾਰੇ ਸ਼ਲੋਕ ਇਹੋ ਜਿਹੇ ਨੇ, ਵੱਖ-ਵੱਖ ਬਿਰਤੀ ਅਧੀਨ, ਵੱਖ-ਵੱਖ ਸਮਿਆਂ ਅਧੀਨ ਸਾਨੂੰ ਸਾਡੇ ਮਨ ਨੂੰ ਟੁੰਬਦੇ ਨੇ, ਕਿਸੇ ਨੂੰ ਦੂਜੇ ਵਧੀਆ ਲੱਗ ਸਕਦੇ ਹੋਰ। ਤੇ ਮੈਨੂੰ ਤੇ ਸੱਚ ਪੁੱਛੋ ਅੱਜ ਦੀ ਤਰੀਕ ਵਿੱਚ ਮੈਂ ਕਹਾਂ ਵੀ ਸਾਰੇ ਸ਼ਲੋਕ ਏਡੇ ਖੂਬਸੂਰਤ ਲੱਗਦੇ, ਏਡੇ ਪਿਆਰੇ ਲੱਗਦੇ ਨੇ ਵੀ ਜੀ ਕਰਦਾ ਇਹਨੂੰ ਬਾਰ-ਬਾਰ ਸੁਣੀਏ ਤੇ ਬਾਰ-ਬਾਰ ਪੜ੍ਹੀਏ ਜੀ। ਤੁਸੀਂ ਦ ਪ੍ਰੋਫਿਟ ਦੀ ਗੱਲ ਕੀਤੀ, ਖਲੀਲ ਜਿਬਰਾਨ ਦੀ, ਮੇਰੀ ਵੀ ਸਭ ਤੋਂ ਜ਼ਿਆਦਾ ਮੈਨੂੰ ਉਹੀ ਕਿਤਾਬ ਪਸੰਦ ਹੈ, ਮੇਰੀ ਫੇਵਰੇਟ ਕਿਤਾਬ ਉਹੀ ਹੈ। ਤੇ ਬਾਬਾ ਫਰੀਦ ਜੀ ਨੇ ਜਿਸ ਤਰ੍ਹਾਂ ਤੁਸੀਂ ਗੱਲਬਾਤ ਕਰ ਰਹੇ ਹੋ ਕਿ ਬੜੀ ਸੌਖੀ ਲੈਂਗੁਏਜ ਦੇ ਵਿੱਚ ਉਹਨਾਂ ਨੇ ਬੜੀਆਂ ਵੱਡੀਆਂ ਗੱਲਾਂ ਕੀਤੀਆਂ ਨੇ, ਪਰ ਜਦੋਂ ਅਸੀਂ ਸਪਿਰਿਚੁਅਲਿਟੀ ਦੀ ਗੱਲ ਕਰਦੇ ਹਾਂ, ਅਧਿਆਤਮ ਦੀ ਗੱਲ ਕਰਦੇ ਹਾਂ, ਰੂਹਾਨੀਅਤ ਦੀ ਗੱਲ ਕਰਦੇ ਹਾਂ, ਤੇ ਇਹਦੇ 'ਚ ਜੋ ਸਭ ਤੋਂ ਵੱਡਾ ਆਦਰਸ਼ ਮੰਨਿਆ ਗਿਆ ਜਾਂ ਜੇ ਅਸੀਂ ਕਹੀਏ ਅਲਟੀਮੇਟ ਪਰਪਸ ਮੰਨਿਆ ਗਿਆ ਕਿਸੇ ਵੀ ਦੇਵੀ ਜੀਵਨ ਦਾ, ਤੇ ਉਹ ਹੈ ਕਿ ਰੱਬ ਦੇ ਨਾਲ, ਖੁਦਾ ਦੇ ਨਾਲ ਮਿਲਾਪ ਹੋ ਜਾਣਾ। ਇਹਦੇ ਬਾਰੇ ਬਾਬਾ ਫਰੀਦ ਜੀ ਕੀ ਕਹਿੰਦੇ ਨੇ? ਹਾਂਜੀ, ਬੜਾ ਵਧੀਆ ਸਵਾਲ ਤੁਸੀਂ ਇਹ ਕੀਤਾ ਹੈ। ਤੇ ਰੂਹਾਨੀਅਤ ਦੀ ਆਪਾਂ ਗੱਲ ਕਰੀਏ, ਬਾਬਾ ਫਰੀਦ ਜੀ ਦੇ ਸੂਫੀਜ਼ਮ ਦੀ ਗੱਲ ਕਰੀਏ, ਗੁਰਮਤਿ ਦੀ ਗੱਲ ਕਰੀਏ, ਜਾਂ ਕਿਸੇ ਰੂਪ ਵਿੱਚ ਵੀ ਅਧਿਆਤਮ ਦੀ ਆਪਾਂ ਗੱਲ ਕਰੀਏ, ਤੇ ਸੱਚਮੁੱਚ ਉੱਥੇ ਭਾਵੇਂ ਸਾਦੇ ਸ਼ਬਦਾਂ ਵਿੱਚ ਹੋਵੇ ਤੇ ਭਾਵੇਂ ਸੂਖਮ ਸ਼ਬਦਾਂ ਵਿੱਚ ਹੋਵੇ ਤੇ ਭਾਵੇਂ ਸੰਕੇਤਕ ਤੌਰ ਤੇ ਮੇਰਾ ਮਤਲਬ ਹੋਵੇ ਗੱਲ, ਉੱਥੇ ਮਨੁੱਖ ਦਾ ਜੋ ਅੰਤਮ ਟੀਚਾ ਹੈ ਉਹ ਰੱਬ ਨਾਲ ਉਹਦੀ ਪ੍ਰਾਪਤੀ, ਉਹਦਾ ਅਨੁਭਵ, ਉਹਦਾ ਅਹਿਸਾਸ, ਉਹਦੇ ਨਾਲ ਮਿਲਣ ਦੀ ਜਿਹੜੀ ਹੈ ਗੱਲ ਉਹ ਕੀਤੀ ਜਾਂਦੀ। ਤੇ ਆਪਾਂ ਦੇਖਦੇ ਕਿ ਬਾਬਾ ਫਰੀਦ ਜੀ ਦੇ ਸਲੋਕਾਂ ਵਿੱਚ ਵੀ ਗੱਲ ਹੋਈ ਹੈ, ਬੜੀ ਖੂਬਸੂਰਤ ਤਰੀਕੇ ਨਾਲ ਹੋਈ ਹੈ। ਤੇ ਉੱਥੇ ਐਂ ਫਿਰ ਮੈਨੂੰ ਉਹਨਾਂ ਦੇ ਜਦੋਂ ਮੈਂ ਸਲੋਕ ਪੜ੍ਹਦਾ, ਉਹਨਾਂ ਦੇ ਸ਼ਬਦ ਪੜ੍ਹਦਾ, ਇੱਕ ਸ਼ਬਦ ਵਿੱਚੋਂ ਮੈਂ ਤੁਹਾਡੇ ਨਾਲ ਉਹਨਾਂ ਦੀ ਇੱਕ ਟੂਕ ਸਾਂਝੀ ਕਰਦਾ। ਐਂ ਜਾਪਦਾ ਉਹਨਾਂ ਨੂੰ ਆ ਕੇ ਨਾ ਪੁੱਛਦਾ ਵੀ ਬਾਬਾ ਜੀ ਰੱਬ ਨੂੰ ਮਿਲਣਾ ਹੈ ਤੇ ਮੈਂ ਅੱਜ ਹੀ ਮਿਲਣਾ ਚਾਹੁੰਦਾ। ਦੇਖੋ ਤਰ੍ਹਾਂ ਦੇ ਬੰਦੇ ਹੁੰਦੇ ਨੇ, ਕਈ ਬੜੇ ਭੋਲੇ ਭਾਲੇ ਮਨੁੱਖ ਹੁੰਦੇ ਨੇ ਆਪਣੇ, ਆਪਾਂ ਦੇਖਦੇ ਹਾਂ ਪੰਜਾਬ ਦੇ ਖਿੱਤੇ ਦੇ ਲੋਕ ਜਿਹੜੇ ਨੇ, ਤੇ ਉਹ ਅਸੀਂ ਕਾਹਲੇ ਵੀ ਹੁੰਦੇ ਹਾਂ ਥੋੜੇ। ਜਦੋਂ ਬੰਦਾ ਕੋਈ ਏਦਾਂ ਆਉਂਦਾ ਕਿ ਬਾਬਾ ਜੀ ਮੈਂ ਤਾਂ ਅੱਜ ਹੀ ਮਿਲਣਾ, ਕੋਈ ਇਹੋ ਜਿਹਾ ਤਰੀਕਾ ਦੱਸੋ ਵੀ ਅੱਜ ਮਿਲਿਆ ਜਾ ਸਕਦਾ। ਵੀ ਬੰਦਾ ਆਉਂਦਾ ਵੀ, ਨਹੀਂ ਤੇ ਆਮ ਹੁੰਦਾ ਵੀ ਲੋਕ ਨਾ ਉਹ ਲੰਮੇ ਚੱਕਰ ਪਾ ਦਿੰਦੇ ਨੇ ਵੀ ਇੰਨੇ ਸਾਲ ਜਿਹੜੇ ਆ ਤਪ ਕਰਨਾ ਪਏਗਾ, ਉੱਥੇ ਲੱਗਣਾ ਪਏਗਾ, ਇਹ ਹੋਰ ਕੁਛ ਕਰਨਾ ਪਏਗਾ, ਫਿਰ ਕਿਤੇ ਰੱਬ ਮਿਲੇ ਤੇ ਮਿਲੇ ਪਾ। ਤੇ ਉਹ ਬੰਦਾ ਪੁੱਛਦਾ ਵੀ ਅੱਜ ਹੀ ਮਿਲਣਾ, ਤੇ ਬਾਬਾ ਕਹਿੰਦਾ ਬਿਲਕੁਲ ਅੱਜ ਹੀ ਮਿਲਿਆ ਜਾਏਗਾ, ਅੱਜ ਹੀ ਮਿਲਾਪ ਹੋ ਜਾਏਗਾ। ਕਿਵੇਂ ਹੋਏਗਾ ਜੀ? ਉਹ ਭਗਤੀ ਬਹੁਤ ਖੂਬਸੂਰਤ, ਕਹਿੰਦੇ ਆਜ ਮਿਲਾਵਾ ਸ਼ੇਖ ਫਰੀਦ। ਯਸ ਫਰੀਦਾ, ਉਹਨੂੰ ਆਪਣੇ ਆਪ ਨੂੰ ਖਾਤਬ ਬਾਬਾ ਉਹਦੇ ਚ ਹੋ ਰਹੇ ਨੇ, ਪਰ ਉਹ ਬੰਦੇ ਨੂੰ ਜਵਾਬ ਦੇ ਰਹੇ ਆਜ ਮਿਲਾਵਾ, ਅੱਜ ਮਿਲਾਪ ਹੋ ਜਾਏਗਾ ਰੱਬ ਨਾਲ, ਅੱਜ ਹੀ ਹੁਣੇ ਹੀ ਮਿਲਾਪ ਹੋ ਜਾਏਗਾ। ਕਿਵੇਂ ਹੋਏਗਾ ਜੀ? ਕਰਨਾ ਕੀ ਹੈ? ਤੇ ਜੋ ਕਰਨਾ ਦੱਸ ਰਹੇ ਨੇ ਨਾ, ਉਹ ਵੀ ਮਤਲਬ ਆਮ ਜੋ ਰੂਹਾਨੀਅਤ ਅਧਿਆਤਮਕ ਦੇ ਥੱਲੇ ਜਿਹੜੀਆਂ ਗੱਲਾਂ ਦੱਸੀਆਂ ਜਾਂਦੀਆਂ ਉਹਨਾਂ ਤੋਂ ਵੱਖਰਾ ਹੈ, ਉਹਨਾਂ ਤੋਂ ਬੜਾ ਹਟਵਾਂ ਹੈ। ਤੇ ਉਹ ਕੰਮ ਹੈ ਜਿਹੜਾ ਫਿਰ ਮੈਂ ਕਹਾਂ ਵੀ ਆਮ ਸਧਾਰਨ ਬੰਦਾ ਵੀ ਸਮਝ ਵੀ ਸਕਦਾ ਤੇ ਕਰ ਵੀ ਸਕਦਾ। ਤੇ ਇਸ ਪਾਸੇ ਵੱਲ ਤੁਸੀਂ ਵੇਖੋਗੇ ਵੀ ਸਾਡੇ ਅਧਿਆਤਮ ਵਾਲੇ ਲੋਕ ਜਿਹੜੇ ਨੇ ਇੱਧਰ ਨੂੰ ਘੱਟ, ਅਸੀਂ ਸਾਧਨਾ ਵੱਲ ਜ਼ਿਆਦਾ ਰੁਚਿਤ ਹੁੰਦੇ ਹਾਂ, ਉਧਰ ਕੇਂਦਰਿਤ ਜ਼ਿਆਦਾ ਹੋ ਜਾਂਦੇ ਆ, ਤੇ ਉਹ ਸਾਧਨਾ ਦੇ ਵਿੱਚ ਇੰਨੇ ਅਸੀਂ ਗਲਤਾਨ ਹੋ ਜਾਂਦੇ ਆ ਕਿ ਬਈ ਅਸੀਂ ਨਾ ਉਦੇਸ਼ ਹੀ ਭੁੱਲ ਜਾਂਦੇ। ਸੋ ਇੱਥੇ ਉਹ ਦੱਸ ਰਹੇ ਨੇ ਆਜ ਮਿਲਾਵਾ ਸ਼ੇਖ ਫਰੀਦ, ਕਰਨਾ ਕੀ ਹੈ ਜੀ? ਕਹਿੰਦੀ ਬਸ ਆ ਇੱਕ ਨਿੱਕਾ ਜਿਹਾ ਕੰਮ ਕਰ, ਤਾਕਿਮ ਕੁੰਜੜੀਆਂ ਮਨਹੁ ਮਚਿੰਦੜੇ। ਇਹ ਮਨ ਨੂੰ ਮਚਾਉਣ ਵਾਲੀਆਂ ਜਿਹੜੀਆਂ ਕੁੰਜਾਂ ਨੇ ਨਾ, ਸਿੰਬਲ ਵਰਤਿਆ। ਫਿਰ ਵੇਖੋ ਕੁੰਜਾਂ, ਪੰਛੀ ਜਿਹੜੇ ਦੂਜੇ ਮੁਲਕਾਂ ਤੋਂ ਆਉਂਦੇ ਨੇ ਉੱਡ ਕੇ ਤੇ ਸਾਡੇ ਨੇ ਮੁਲਕਾਂ ਦੇ ਵਿੱਚ ਰਹਿੰਦੇ ਨੇ, ਮੁੜ ਕੇ ਫਿਰ ਵਾਪਸ ਜਾਂਦੇ। ਸੋ ਯਾਨੀ ਉਹ ਕੁੰਜਾਂ ਦੀ ਫਿਰ ਗੱਲ ਕਰਕੇ ਤੇ ਬੜੀ ਖੂਬਸੂਰਤ ਜਿਹੜੀ ਹੈ ਗੱਲ ਬਾਬਾ ਜੀ ਨੇ ਸੂਖਮ ਰੂਪ ਵਿੱਚ ਕੀਤੀ ਵੀ ਗੱਲ ਹੈ ਕੀ? ਬੰਦਾ ਰੱਬ ਨਾਲ ਅਸਲ ਵਿੱਚ ਮਿਲਿਆ ਹੀ ਹੋਇਆ ਹੈ,
ਉਹਦੇ ਨਾਲ ਹੀ ਹੈ, ਉਹਦੇ ਵਿੱਚ ਹੀ ਵਸਦਾ ਹੈ। ਪਰ ਅਸੀਂ ਆਪਣੀਆਂ ਖਾਹਿਸ਼ਾਂ ਇੰਨੀਆਂ ਵਧਾ ਲਈਆਂ, ਸਾਡੀਆਂ ਡਿਜ਼ਾਇਰਸ ਇੰਨੀਆਂ ਜ਼ਿਆਦਾ ਹੋ ਜਾਂਦੀਆਂ, ਸਾਡੀਆਂ ਕ੍ਰੇਵਿੰਗਸ ਇੰਨੀਆਂ ਜ਼ਿਆਦਾ ਹੋ ਜਾਂਦੀਆਂ ਨੇ। ਬੁੱਧਿਜ਼ਮ ਕਹਿੰਦਾ ਵੀ ਬੰਦੇ ਦੇ ਦੁੱਖ ਦਾ ਕਾਰਨ ਹੀ ਉਹਦੀਆਂ ਡਿਜ਼ਾਇਰਸ। ਤੇ ਬਾਬਾ ਫਰੀਦ ਜੀ ਕਹਿ ਰਹੇ ਆ ਜਿਹੜੀਆਂ ਡਿਜ਼ਾਇਰਸ ਨੇ ਨਾ, ਮਨ ਨੂੰ ਮਚਾਉਣ ਵਾਲੀ, ਮਨ ਨੂੰ ਚਾਰ ਸਫੇਰੇ ਭਜਾਈ ਫਿਰ, ਇਹਨਾਂ ਨੂੰ ਟੱਕ ਲਾ, ਇਹਨਾਂ ਨੂੰ ਰੋਕ ਲਾ, ਆਪਣੀਆਂ ਖਾਹਿਸ਼ਾਂ, ਆਪਣੀਆਂ ਡਿਜ਼ਾਇਰਸ। ਤੇ ਅੱਜ ਰੱਬ ਦੇ ਨਾਲ ਤੇਰਾ ਮਿਲਾਪ। ਇੱਕ ਹੋਰ ਪੰਕਤੀ ਮੈਂ ਸਾਂਝੀ ਕਰਾਂ, ਉੱਥੇ ਵੀ ਜਿਵੇਂ ਬਾਬਾ ਜੀ ਜਿਹੜਾ ਹੈ, ਇਹ ਤੇ ਆਪਣੇ ਆਪ ਨੂੰ ਸੀ ਨਾ ਵੀ ਆਪਣੇ ਮਨ ਦੀ ਗੱਲ ਕੀਤੀ, ਉੱਥੇ ਹੁਣ ਥੋੜਾ ਦੂਜੇ ਵਾਲੇ ਇੱਕ ਹੋਰ ਤਰ੍ਹਾਂ ਦੀ ਐਗਜ਼ਾਮਪਲ ਦਿੰਦੇ। ਉਹ ਇਹ ਦਿੰਦੇ ਨੇ ਵੀ ਜਿਵੇਂ ਕੋਈ ਉਹਨਾਂ ਨੂੰ ਮਿਲਣ ਆਇਆ ਤੇ ਪੁੱਛਦਾ ਹੈ, ਤੇ ਉਹ ਕਹਿੰਦੇ ਵੀ ਸੱਚੀ ਮੁੱਚੀ ਮਿਲਣਾ ਰੱਬ ਨੂੰ? ਉਹ ਕਹਿੰਦਾ ਜੀ ਬਿਲਕੁਲ ਨਹੀਂ ਮਿਲਣਾ। ਚਾਹ ਹੈ, ਪੱਕੀ ਗੱਲ ਹੈ ਕਿ ਹਾਂ। ਤੇ ਉਹ ਜਿਹੜਾ ਜਗਿਆਸੂ ਪੁੱਛਦਾ ਵੀ ਬਾਬਾ ਜੀ ਦੱਸੋ ਕੀ ਕਰਾਂ, ਕੀ ਕਰਨਾ ਚਾਹੀਦਾ, ਕੋਈ ਸੌਖਾ ਤਰੀਕਾ ਦੱਸੋ ਵੀ ਆਹ ਲੰਬੇ ਚੌੜੇ ਕੰਮ ਜਿਹੜੇ ਇਹਨਾਂ ਤਪ ਤਪੱਸਿਆ ਵਾਲੇ ਇਹ ਨਹੀਂ ਵੇਖੋ ਹੋਣੇ, ਕੋਈ ਸਿੱਧਾ ਸਾਦਾ ਜਿਹੜਾ ਕੰਮ ਹੈ ਜਿਹੜਾ ਮੈਂ ਸੌਖੇ ਤਰੀਕੇ ਨਾਲ ਕਰ ਸਕਾਂ ਉਹ ਦੱਸੋ। ਤੇ ਉਹਦਾ ਜਵਾਬ ਇਸ ਸ਼ਲੋਕ ਵਿੱਚ ਬਾਬਾ ਫਰੀਦ ਜੀ ਦਿੰਦੇ ਨੇ ਇਸ ਤਰ੍ਹਾਂ, ਜੇ ਤੋ ਪ੍ਰਿਆ ਦੀ ਸਿੱਖ, ਸਿੱਖ ਵੀ ਹੁਣ ਬੜਾ ਪੁਰਾਣਾ ਪੰਜਾਬੀ ਦਾ ਸ਼ਬਦ ਹੈ, ਚਾਹ, ਚਾਹ ਆਕਾਂਸ਼ਾ ਜਿਹਨੂੰ ਅਸੀਂ ਕਹਿੰਦੇ ਹਾਂ ਨਾ, ਐਸਪੀਰੇਸ਼ਨ, ਡਿਜ਼ਾਇਰ, ਲੌਂਗਿੰਗ। ਤਾਂ ਕਹਿੰਦੇ ਜੇ ਤੋ ਪ੍ਰਿਆ ਦੀ ਸਿੱਖ, ਪ੍ਰੀਤਮ, ਪਿਆਰਾ, ਪ੍ਰੀਤਮ ਨੂੰ ਮਿਲਣ ਦੀ ਸਿੱਖ ਹੈ, ਚਾਹ ਹੈ, ਜੀ ਹਾਂ ਹੈ। ਤੇ ਕਹਿੰਦੇ ਵੀ ਇੱਕ ਹੁਣ ਦੇਖੋ ਅੱਗੇ ਜਵਾਬ ਜੋ ਦਿੱਤਾ ਨਾ, ਉਹ ਅੱਧਾ ਵਾਕ ਹੈ। ਸ਼ਲੋਕ ਦੀਆਂ 2 ਲਾਈਨਾਂ ਹੁੰਦੀਆਂ ਤੇ ਉਹਦੇ ਚੋਂ ਅੱਧੀ ਲਾਈਨ ਹੈ ਸਿਰਫ। ਕੀ ਕਰ, ਜੇ ਤੋ ਪ੍ਰਿਆ ਦੀ ਸਿੱਖ, ਹਿਆਓ ਨਾ ਠਾਹੇ ਕਹੀ। ਹਿਆਓ ਹੈ ਹਿਰਦਾ, ਪੁਰਾਣਾ ਪੰਜਾਬੀ ਦਾ। ਹਾਂਜੀ, ਕੀ ਕਰ, ਕਹਿੰਦੇ ਜਾ ਅੱਜ ਤੋਂ ਬਾਅਦ ਕਿਸੇ ਦਾ ਦਿਲ ਨਾ ਦੁਖਾਈ, ਹੋਰ ਕੁਝ ਨਹੀਂ ਕਰ। ਦੇਖੋ ਇੱਕ ਨਿੱਕੀ ਜਿਹੀ ਗੱਲ ਦੱਸੀ ਵੀ ਜਾ, ਜੇ ਪ੍ਰੀਤਮ ਨੂੰ ਮਿਲਣ ਦੀ ਚਾਹ ਰੱਖਣਾ ਹੈ ਨਾ, ਤੇ ਅੱਜ ਤੋਂ ਬਾਅਦ ਕਿਸੇ ਦਾ ਦਿਲ ਨਾ ਦੁਖਾਈ, ਰੱਬ ਮਿਲ ਪਏ। ਹੁਣ ਇੱਥੇ ਬੰਦਾ ਪੁੱਛਦਾ ਵੀ ਰੱਬ ਦਿਲ ਨਾ ਦੁਖਾਈ ਵੀ ਇਹ ਕੀ ਹੈ, ਇਹਦੇ ਪਿੱਛੇ ਕੀ ਗੱਲ ਹੈ? ਤੇ ਉਹਨੂੰ ਪਹਿਲੀ ਲਾਈਨ ਵਿੱਚ ਥੋੜਾ ਜਿਹਾ ਉਹ ਖੋਲਦੇ ਨੇ, ਸਭਨਾ ਮਨ ਮਾਣਿਕ। ਬੜੀ ਪਿਆਰੀ ਚੀਜ਼ ਹੈ ਨਾ। ਅਸੀਂ ਵੇਖੋ ਆਪਾਂ ਸਾਰੇ ਚਾਹੁੰਦੇ ਵੀ ਸਾਡਾ ਕੋਈ ਦਿਲ ਨਾ ਦੁਖਾਵੇ, ਕੋਈ ਚਾਹੁੰਦਾ ਬੰਦਾ ਦੁਨੀਆ 'ਚ ਵੀ ਮੇਰਾ ਦਿਲ ਦੁਖ ਜੇ? ਕੋਈ ਨਹੀਂ। ਅਸੀਂ ਬੜੇ ਅਵੇਅਰ ਹਾਂ, ਓਵਰ ਕਾਨਸ਼ੀਅਸ ਹੋ ਜਾਂਦੇ ਵੀ ਮੇਰਾ ਦਿਲ ਨਾ ਕੋਈ ਦੁਖਾਵੇ। ਅਸੀਂ ਕਹਿੰਦੇ ਜੀ ਦਾ ਭਾਜੀ ਤੁਸੀਂ ਇਹ ਕਹਿ ਕੇ ਨਾ ਮੇਰਾ ਦਿਲ ਹੀ ਦਿਖਾ ਛੱਡੇ, ਵੀ ਅਸੀਂ ਸਾਰੇ ਹੀ ਚਾਹੁੰਦੇ ਦਿਲ ਨਾ ਦਿਖਾਵੇ। ਤੇ ਮੈਂ ਸਮਝਦਾ ਵੀ ਜਿਹੜੇ ਬਾਬੇ ਫਰੀਦ ਵਰਗੇ ਮਹਾਂਪੁਰਖ ਨੇ ਨਾ, ਇਹ ਰੂਹਾਨੀਅਤ ਦੇ ਮੁਜੱਸਮੇ ਨੇ। ਤੇ ਇਹ ਸੀ ਜਿਵੇਂ ਸਿੱਖੀ ਦੀ ਪਰੰਪਰਾ ਹੈ ਕਿ ਅਸੀਂ ਕਹਿੰਦੇ ਬਾਣੀ ਤੋਂ ਆਈ ਹੋਈ ਹੈ। ਹਾਂਜੀ, ਤੇ ਬਾਣੀ ਦੇ ਵਿੱਚ ਮੈਂ ਸਮਝਦਾ ਵੀ ਉਹ ਬਾਬਾ ਫਰੀਦ ਜੀ ਇਹਨਾਂ ਸ਼ਲੋਕਾਂ ਵਿੱਚ ਜਿਹੜੀਆਂ ਗੱਲਾਂ ਕਰ ਰਹੇ ਨੇ ਨਾ, ਇਹ ਬਾਬੇ ਫਰੀਦ ਦੀਆਂ ਜਾਂ ਕਿਸੇ ਇੱਕ ਜਗਿਆਸੂ ਦੀਆਂ ਗੱਲਾਂ ਨਹੀਂ। ਇਹ ਜੋ ਅਸੀਂ ਐਜ਼ ਏ ਮਨੁੱਖ, ਐਜ਼ ਏ ਹਿਊਮਨਸ, ਅਸੀਂ ਸਾਰੇ ਜੋ ਕੁਝ ਚਾਹੁੰਦੇ, ਸਾਡੇ ਮਨੁੱਖ ਦਾ ਜੋ ਸੁਭਾਅ ਹੈ, ਸਾਡੀਆਂ ਜੋ ਪ੍ਰਕਿਰਤੀਆਂ ਨੇ, ਸਾਡੇ ਅੰਦਰ ਦੀਆਂ ਜੋ ਖਾਹਿਸ਼ਾਂ, ਚਾਹਤਾਂ ਨੇ, ਕਿ ਬੰਦਾ ਜਿਵੇਂ ਇੱਥੇ ਆਪਾਂ ਗੱਲ ਵੇਖੀਏ ਵੀ ਕੋਈ ਨਹੀਂ ਚਾਹੁੰਦਾ ਵੀ ਉਹਦਾ ਦਿਲ ਦੁਖੇ। ਤੇ ਅਸੀਂ ਜਦੋਂ ਆਪਣੇ ਦਿਲ ਦੀ ਗੱਲ ਕਰਦੇ ਹਾਂ, ਅਸੀਂ ਕਹਿੰਦੇ ਵੇਖੋ ਜੀ ਗੱਲ ਏਦਾਂ ਹੈ ਵੀ ਮੇਰਾ ਨਾ ਦਿਲ ਬੜਾ ਮਲੂਕ ਜਿਹਾ ਹੈ, ਮੇਰਾ ਦਿਲ ਬੜਾ ਕੋਮਲ ਹੈ, ਮੈਂ ਬੜਾ ਸੈਂਸਿਟਿਵ ਬੰਦਾ ਹੈ। ਤੇ ਉਹ ਬਾਬਾ ਫਰੀਦ ਤੇ ਦੱਸਦੇ ਨੇ ਵੀ ਗੱਲ ਅਸਲ ਵਿੱਚ ਇੰਝ ਨਹੀਂ ਹੈਗੀ, ਵੀ ਕੋਈ ਤੂੰ ਹੀ ਨਹੀਂ ਸੈਂਸਿਟਿਵ, ਸਾਰੇ ਸੈਂਸਿਟਿਵ। ਅਸੀਂ ਕਹਿੰਦੇ ਮੈਂ ਬੜਾ ਡੈਲੀਕੇਟ, ਮੇਰਾ ਦਿਲ ਬੜਾ ਡੈਲੀਕੇਟ ਹੈ। ਤੇ ਇੱਥੇ ਜਿਹੜਾ ਸ਼ਬਦ ਵਰਤ ਰਹੇ ਨਾ, ਸਭਨਾ ਮਨ ਮਾਣਿਕ, ਕਹਿੰਦੇ ਸਾਰਿਆਂ ਦੇ ਦਿਲ ਜਿਹੜੇ ਨੇ ਨਾ, ਕਿਉਂ ਨਹੀਂ ਦਿਖਾਉਣੇ? ਕਿਉਂਕਿ ਸਾਰਿਆਂ ਦੇ ਦਿਲ ਇਹ ਮਾਣਕ ਮੋਤੀਆਂ ਵਰਗੇ ਨੇ। ਤੇ ਮਾਣਕ ਮੋਤੀ ਬੜੇ ਡੈਲੀਕੇਟ ਹੁੰਦੇ ਨੇ, ਠਾਹਣ ਮੂਲ ਮਚੰਗ, ਇਹਨਾਂ ਨੂੰ ਦਿਖਾਉਣਾ ਬਿਲਕੁਲ ਹੀ ਚੰਗਾ ਨਹੀਂ। ਇਸ ਕਰਕੇ ਉਹਨੂੰ ਦਿਲ ਦੀ ਚਾਹ ਰੱਖਣਾ ਹੈ ਨਾ, ਤੇ ਇਹ ਅੱਜ ਤੋਂ ਇਹ ਪੱਕੀ ਗੱਲ ਕਰ ਲੈ ਵੀ ਕਿਸੇ ਦਾ ਦਿਲ ਨਾ। ਤਾਂ ਮੈਂ ਸਮਝਦਾ ਵੀ ਇਸ ਤਰ੍ਹਾਂ ਦੇ ਬੜੇ ਸਿੰਪਲ, ਬੜੇ ਪ੍ਰੈਕਟੀਕਲ ਜਿਹੜੇ ਉਹ ਐਡਵਾਈਸ ਸਾਨੂੰ ਟੀਚਿੰਗਸ ਦੇ ਵਿੱਚ, ਉਹਨਾਂ ਦੇ ਸ਼ਲੋਕਾਂ ਦੇ ਵਿੱਚ ਜਿਹੜੇ ਉਹ ਨਜ਼ਰ ਆਉਂਦੇ, ਜਿਨ੍ਹਾਂ ਨੂੰ ਕਿ ਅਸੀਂ ਸਾਰੇ ਹੀ ਆਪਣੇ ਜੀਵਨ ਵਿੱਚ, ਰੋਜ਼ਾਨਾ ਦੇ ਜੀਵਨ ਵਿੱਚ ਅਪਣਾ ਲਈਏ, ਥੋੜਾ ਬਹੁਤਾ ਵੀ ਅਪਣਾ ਲਈਏ, ਤੇ ਅਸੀਂ ਉਹ ਅਧਿਆਤਮ ਦੇ, ਰੂਹਾਨੀਅਤ ਦੇ ਰਸਤੇ ਉੱਪਰ ਚੱਲ ਸਕਾਂਗੇ। ਤੇ ਜੋ ਉਦੇਸ਼ ਹੈ ਵੀ ਉਸ ਅਲਟੀਮੇਟ ਐਕਸਪੀਰੀਅੰਸ ਨੂੰ ਆਪਣਾ ਪਾਰਟ ਲਾਈਫ ਦਾ ਬਣਾ ਸਕਾਂਗੇ, ਆਪਣੇ ਜੀਵਨ ਨੂੰ ਅਸੀਂ ਚੰਗੇ ਰੱਖ। ਜੀ ਬਹੁਤ ਸੋਹਣੇ ਤੇ ਬੜੇ ਸੌਖੇ ਸ਼ਬਦਾਂ ਦੇ ਵਿੱਚ ਤੁਸੀਂ ਬਾਬਾ ਫਰੀਦ ਜੀ ਦਾ, ਉਹਨਾਂ ਦੀ ਬਾਣੀ ਦਾ ਇਹ ਐਸਪੈਕਟ ਸਮਝਾਇਆ ਹੈ। ਤੇ ਜਿਸ ਤਰ੍ਹਾਂ ਅਸੀਂ ਗੱਲ ਕਰਦੇ ਹਾਂ ਕਿ ਬਾਬਾ ਫਰੀਦ ਜੀ ਨੂੰ ਲਹਿੰਦੇ ਪੰਜਾਬ ਦੇ ਜਿਹੜੇ ਪੰਜਾਬੀ ਨੇ, ਜਿਨ੍ਹਾਂ 'ਚ ਬਹੁ ਗਿਣਤੀ ਮੁਸਲਮਾਨਾਂ ਦੀ ਹੈ, ਉਹ ਵੀ ਸਤਿਕਾਰ ਦਿੰਦੇ ਨੇ। ਚੜ੍ਹਦੇ ਪੰਜਾਬ ਦੇ ਵਿੱਚ ਸਿੱਖਾਂ ਵੱਲੋਂ ਜਾਂ ਈਵਨ ਹਿੰਦੂਆਂ ਵੱਲੋਂ ਵੀ, ਯਾਨੀ ਕਿ ਤਕਰੀਬਨ ਸਾਰੇ ਮਜ਼ਹਬਾਂ ਵੱਲੋਂ ਉਹਨਾਂ ਦਾ ਸਤਿਕਾਰ ਕੀਤਾ ਗਿਆ, ਉਹਨਾਂ ਨੂੰ ਅਪਣਾਇਆ ਗਿਆ, ਆਪਣਾ ਮੰਨਿਆ ਗਿਆ। ਜਿਵੇਂ ਅਸੀਂ ਬੀਤੇ ਦਿਨੀ ਆਪਣੀ ਇੱਕ ਵੀਡੀਓ ਵੀ ਸਾਂਝਾ ਕੀਤੀ ਸੀ ਕਿ
ਲਹਿੰਦੇ ਪੰਜਾਬ ਚ ਉਹਨਾਂ ਦਾ ਦਰਬਾਰ ਹੈ, ਪਾਕਪਤਨ ਦੇ ਵਿੱਚ ਚੜ੍ਹਦੇ ਪੰਜਾਬ ਦੇ ਵਿੱਚ ਉਹਨਾਂ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਸੋ ਇੱਕ ਕਿੰਨਾ ਸੋਹਣਾ ਮੈਸੇਜ ਇੱਕ ਪੰਜਾਬੀਆਂ ਦੀ ਆਪਸੀ ਸਾਂਝ ਦਾ ਜੋ ਬਾਬਾ ਫਰੀਦ ਜੀ ਦੇ ਰਹੇ ਨੇ। ਤੇ ਅਸੀਂ ਕਿਸ ਤਰੀਕੇ ਦੇ ਨਾਲ ਬਾਬਾ ਫਰੀਦ ਜੀ ਤੋਂ ਸਿੱਖ ਕੇ ਇਸ ਆਪਸੀ ਸਾਂਝ ਨੂੰ, ਜੋ ਸਾਡੀ 47 ਤੋਂ ਬਾਅਦ ਟੁੱਟੀ ਹੋਈ ਹੈ, ਇਸ ਸਾਂਝ ਨੂੰ ਅਸੀਂ ਕਿਸ ਤਰੀਕੇ ਨਾਲ ਮਜ਼ਬੂਤ ਕਰ ਸਕਦੇ ਹਾਂ, ਜੋੜ ਸਕਦੇ ਹਾਂ? ਜੀ ਬਿਲਕੁਲ, ਇਹ ਵੀ ਬੜਾ ਵਾਜਬ ਸਵਾਲ ਹੈ। ਤੇ ਅੱਜ ਦੇ ਹਿਸਾਬ ਨਾਲ ਜਿਸ ਤਰ੍ਹਾਂ ਦੇ ਸਮਾਜ ਵਿੱਚ ਅਸੀਂ ਰਹਿ ਰਹੇ ਹਾਂ, ਤੇ ਜਿੱਥੇ ਤੁਸੀਂ ਚੜ੍ਹਦੇ ਤੇ ਆਪਣੇ ਪੂਰਬੀ ਤੇ ਪੱਛਮੀ ਪੰਜਾਬ ਦੀ ਗੱਲ ਕਰ ਰਹੇ ਹੋ, ਚੜ੍ਹਦੇ ਲਹਿੰਦੇ ਪੰਜਾਬ ਦੀ ਗੱਲ ਕਰ ਰਹੇ ਹੋ, ਤੇ ਉਸ ਸੰਦਰਭ ਵਿੱਚ ਮੈਂ ਇੱਥੇ ਇੱਕ ਸਲੋਕ ਤੁਹਾਡੇ ਸਾਹਮਣੇ ਲਿਆਉਣਾ, ਜਿਹੜਾ ਸਲੋਕ ਅਕਸਰ ਅਸੀਂ ਇੱਕ ਬਾਬਾ ਫਰੀਦ ਜੀ ਦੀ ਰਾਜਨੀਤਿਕ ਚੇਤਨਾ ਵਜੋਂ ਆਮ ਕਰਕੇ ਸਮਝਿਆ ਜਾਂਦਾ ਤੇ ਉਹਨੂੰ ਉਸ ਹਿਸਾਬ ਨਾਲ ਵੇਖਿਆ ਜਾਂਦਾ। ਉਹਦੇ ਵਿੱਚ ਆਫਕੋਰਸ ਰਾਜਨੀਤਿਕ ਚੇਤਨਾ ਤੇ ਹੈ ਹੀ। ਮੈਂ ਸਮਝਦਾ ਵੀ ਸਿਰਫ ਇੱਕ ਰਾਜਨੀਤਿਕ ਚੇਤਨਾ ਹੀ ਨਹੀਂ, ਉਹ ਇੱਕ ਬੜੀ ਸਰਬ ਸਾਂਝੀ ਚੇਤਨਾ ਦੀ ਗੱਲ ਵੀ ਇਸ ਸਲੋਕ ਦੇ ਵਿੱਚ ਪਏ ਕਰਦੇ ਨੇ। ਸੋ ਆਪਾਂ ਉੱਥੋਂ ਸੇਧ ਲੈ ਕੇ ਇਹ ਜਿਹੜਾ ਤੁਸੀਂ ਸਵਾਲ ਹੈ ਉਹਨੂੰ ਖਤ ਹੁੰਦੇ ਆ। ਤੇ ਉਹ ਸਲੋਕ ਹੈ, ਫਰੀਦਾ ਬਾਰ ਪਰਾਏ ਬੈਸਣਾ, ਸਾਈਂ ਮੁਝੇ ਨਾ ਦੇ, ਪਰਾਏ ਬਾਰ ਤੇ ਬਹਿਣਾ। ਜਿਵੇਂ ਆਪਾਂ ਹੁਣੇ ਗੱਲ ਕੀਤੀ ਹੈ ਨਾ ਕਿ ਇਹਨਾਂ ਸਲੋਕਾਂ ਵਿੱਚ ਮੈਨੂੰ ਏਦਾਂ ਲੱਗਦਾ ਹੈ ਵੀ ਇਹ ਸਿਰਫ ਬਾਬੇ ਫਰੀਦ ਦੀ ਗੱਲ ਨਹੀਂ। ਅਸੀਂ ਏਦਾਂ ਕਹਿੰਦੇ ਵੀ ਬਾਬਾ ਫਰੀਦ ਜੀ ਇਹ ਕਹਿੰਦੇ ਨੇ ਵੀ ਉਹਨਾਂ ਨੂੰ ਪਰਾਏ ਬਾਰ ਤੇ ਬਹਿਣਾ, ਕਿਸੇ ਦੇ ਦੁਆਰ ਤੇ ਬਹਿਣਾ ਇਹ ਚੰਗਾ ਨਹੀਂ ਪਿਆ ਲੱਗਦਾ। ਗੱਲ ਅਸਲ ਵਿੱਚ ਉਹ ਬਾਬਾ ਫਰੀਦ ਆਪਣੀ ਨਹੀਂ ਕਰਦੇ ਪਏ, ਉਹ ਗੱਲ ਸਾਡੀ ਸਾਰਿਆਂ ਦੀ ਕਰਦੇ ਪਏ। ਸਵਾਲ ਜੇ ਮੈਂ ਕਰਾਂ, ਅੱਛਾ, ਜਾਂ ਆਪਾਂ ਪੁੱਛੀਏ ਵੀ ਬੰਦਾ ਕਿਹੜਾ ਬੰਦਾ ਦੁਨੀਆ ਵਿੱਚ ਜਿਹਨੂੰ ਦੂਜੇ ਦੇ ਬਾਰ ਤੇ ਦਰ ਤੇ ਬਹਿਣਾ ਚੰਗਾ ਲੱਗਦਾ? ਕੋਈ ਹੈਗਾ? ਕੋਈ ਨਹੀਂ ਹੈਗਾ, ਸਾਨੂੰ ਕਿਸੇ ਨੂੰ ਨਹੀਂ ਲੱਗਦਾ। ਸੋ ਬਾਬਾ ਫਰੀਦ ਇਹਦੇ ਵਿੱਚ ਸਾਡੀ ਸਾਰੇ ਇਨਸਾਨਾਂ ਦੇ ਜੋ ਅੰਦਰ ਦੀ, ਮਨ ਦੀ, ਦਿਲ ਦੀ ਜੋ ਚਾਹਤ ਪਈ ਹੋਈ ਨਾ, ਅੰਦਰ ਜੋ ਸਾਡੀਆਂ ਸੈਂਟੀਮੈਂਟਸ ਨੇ, ਉਹਨਾਂ ਨੂੰ ਐਕਸਪ੍ਰੈਸ਼ਨ ਦੇ ਰਹੇ ਵੀ ਉਹ ਇਹ ਗੱਲਾਂ, ਮਤਲਬ ਇਹ ਜਿਹੜੇ ਰੂਹਾਨੀ ਮਹਾਂਪੁਰਖ ਨੇ, ਜਿਹੜੇ ਇਸ ਪੱਧਰ ਦੇ ਲੋਕ ਨੇ ਨਾ, ਇਹ ਉਹ ਐਕਸਪੀਰੀਅੰਸ ਕਰ ਲੈਂਦੇ ਨੇ ਇਹਨਾਂ ਚੀਜ਼ਾਂ ਸਰਬ ਸਾਂਝੇ ਤੌਰ ਤੇ। ਸਾਡੇ ਕੋਲ ਨਹੀਂ ਹੁੰਦੀਆਂ, ਜੇ ਹੁੰਦੀਆਂ ਵੀ ਨੇ ਤੇ ਅਸੀਂ ਸਿਰਫ ਉਹਨਾਂ ਨੂੰ ਆਪਣੀ ਹੌਂ ਦੇ ਅਧੀਨ ਰੱਖ ਕੇ ਦੇਖਦੇ। ਸਾਨੂੰ ਇੰਝ ਹੀ ਲੱਗਦਾ ਵੀ ਮੈਨੂੰ ਨਹੀਂ ਇਹ ਚੰਗਾ ਲੱਗਦਾ। ਅਸੀਂ ਇਹ ਨਹੀਂ ਸਮਝਦੇ ਵੀ ਇਹ ਜੇ ਤੈਨੂੰ ਨਹੀਂ ਚੰਗਾ ਲੱਗਦਾ ਤੇ ਕਿਸੇ ਨੂੰ ਨਹੀਂ ਲੱਗਦਾ। ਤੇ ਬਾਬਾ ਫਰੀਦ ਮੇਰੇ ਹਿਸਾਬ ਨਾਲ ਇੱਥੋਂ ਅਸੀਂ ਸੇਧ ਲੈ ਸਕਦੇ ਹੋ, ਕਹਿੰਦੇ ਵੀ ਇਹ ਇੱਕ ਮੂਲਭੂਤ ਫੰਡਾਮੈਂਟਲ ਚੀਜ਼ ਆ। ਕਿਸੇ ਮਨੁੱਖ ਨੂੰ ਕਿਸੇ ਦੂਜੇ ਦੇ ਅਧੀਨ ਰਹਿਣਾ ਚੰਗਾ ਨਹੀਂ ਲੱਗਦਾ। ਇਹ ਅਧੀਨਗੀ ਜਿਹੜੀ ਹੈ ਨਾ, ਉਹ ਅਧੀਨਗੀ ਭਾਵੇਂ ਧਰਮਾਂ ਦੀ ਹੋਵੇ, ਭਾਵੇਂ ਬੋਲੀਆਂ ਦੀ ਹੋਵੇ, ਭਾਵੇਂ ਸੱਭਿਆਚਾਰਾਂ ਦੀ ਹੋਵੇ, ਭਾਵੇਂ ਮੁਲਕਾਂ ਦੀ ਹੋਵੇ, ਭਾਵੇਂ ਖਿੱਤਿਆਂ ਦੀ ਹੋਵੇ, ਭਾਵੇਂ ਕਿਸੇ ਚੀਜ਼ ਦੀ ਹੋਵੇ, ਉਹ ਕਿਸੇ ਨੂੰ ਵੀ ਨਹੀਂ ਚੰਗੀ ਲੱਗਦੀ। ਫਿਰ ਸਵਾਲ ਬਣਦਾ ਹੈ, ਫਿਰ ਅਧੀਨਗੀ ਅਸੀਂ ਕਰਨੀ ਕਿਉਂ? ਫਿਰ ਕਿਉਂ ਨਾ ਅਸੀਂ ਇਸ ਅਧੀਨਗੀ, ਇਸ ਗੁਲਾਮੀ, ਇਸ ਡਿਪੈਂਡੈਂਸ, ਜਿਹਨੂੰ ਇੰਗਲਿਸ਼ ਵਿੱਚ ਅਸੀਂ ਕਹਿ ਸਕਦੇ ਹਾਂ, ਇਹਨੂੰ ਅਸੀਂ ਡੋਮੀਨੈਂਸ ਕਹਿ ਸਕਦੇ ਹਾਂ। ਕਿਸੇ ਵੀ ਤਰ੍ਹਾਂ ਦੀ ਡੋਮੀਨੈਂਸ ਤਾਂ ਸਿਰਫ ਰਾਜਨੀਤਿਕ ਨਹੀਂ, ਸਿਰਫ ਇਹ ਨਹੀਂ ਵੀ ਕੋਈ ਹਮਲਾ ਕਰਕੇ ਉਹਨੂੰ ਆਪਣੇ ਕਬਜ਼ੇ 'ਚ ਲੈਣ ਦੀ ਇਹੋ ਹੀ ਗੱਲ ਨਹੀਂ, ਉਹ ਗੱਲ ਤੇ ਸਭ ਨੂੰ ਆੜੀ ਹੈ। ਪਰ ਇਹਦੇ ਵਿੱਚ ਉਹ ਜਿਸ ਆਜ਼ਾਦੀ, ਜਿਸ ਇੰਡੀਪੈਂਡੈਂਸ ਦੀ ਗੱਲ ਕਰ ਰਹੇ ਨੇ, ਜਿਸ ਫਰੀਡਮ ਦੀ ਗੱਲ ਕਰ ਰਹੇ ਨੇ, ਉਹ ਫਰੀਡਮ ਉਹ ਹੈ ਜਿਹੜੀ ਸਾਨੂੰ ਅਸਲ ਸਾਂਝੀਵਾਲਤਾ ਵੱਲ ਲੈ ਕੇ ਜਾਵੇਗੀ। ਉਹ ਫਰੀਡਮ ਹੈ ਜਿਹੜੀ ਬਰਾਬਰੀ, ਜਿਹਦੇ ਵਿੱਚ ਭਾਈਚਾਰਕ ਸਾਂਝ ਦਾ ਜੋ ਨਾ ਰੂਟ, ਉਹਦਾ ਕੌਜ਼ ਵੀ ਪਿਆ ਤੇ ਉਹਦਾ ਸੋਲੂਸ਼ਨ ਵੀ ਉੱਥੇ ਪਿਆ। ਵੀ ਇਹ ਮਸਲਾ ਹੀ ਇਹ ਵੀ ਜੇ ਅਸੀਂ ਸਾਰੇ ਲੋਕ, ਸਾਰੇ ਧਰਮ, ਸਾਰੇ ਸੱਭਿਆਚਾਰ, ਸਾਰੀਆਂ ਬੋਲੀਆਂ, ਅਸੀਂ ਇਹਨਾਂ ਨੂੰ ਜੇ ਬਰਾਬਰ ਦਾ ਸਮਝ ਲਈਏ, ਅਸੀਂ ਆਪਣੀ ਹਰ ਚੀਜ਼ ਨੂੰ, ਬੰਦਾ ਜਿਹੜਾ ਨਾ ਅੱਜ ਦੇ ਜ਼ਮਾਨੇ 'ਚ ਵੀ ਹੋ ਰਿਹਾ ਵੀ ਅਸੀਂ ਆਪਣੇ ਆਪ ਨੂੰ, ਆਪਣੇ ਚੀਜ਼ਾਂ ਨੂੰ ਵੱਡਾ ਦੱਸ ਰਹੇ ਹਾਂ, ਦੂਜਿਆਂ ਨੂੰ ਛੋਟਾ। ਮੈਂ ਸਮਝਦਾ ਵੀ ਇੱਥੋਂ ਇਹ ਸੇਧ ਬਣਦੀ ਹੈ, ਸਾਨੂੰ ਮਿਲਦੀ ਹੈ ਕਿ ਵੀ ਇਹ ਗੱਲ ਕਿਸੇ ਨੂੰ ਵੀ ਨਹੀਂ ਚੰਗੀ ਲੱਗਦੀ। ਸੋ ਇਹਦਾ ਫਿਰ ਹੱਲ ਇਹ ਵੇ ਵੀ ਅਸੀਂ ਸਾਰੇ ਹੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਾਂਝੀਆਂ ਮੰਨ ਕੇ, ਇਹਨਾਂ ਨੂੰ ਬਰਾਬਰ ਮੰਨ ਕੇ, ਬਰਾਬਰ ਦਾ ਸਤਿਕਾਰ ਦਈਏ। ਹਰ ਇੱਕ ਨੂੰ ਇਸ ਆਜ਼ਾਦੀ ਦਾ ਅਸੀਂ ਨਿੱਘ ਮਾਨਣ ਦਈਏ। ਹਰ ਇੱਕ ਨੂੰ ਆਪਣੇ ਸੱਭਿਆਚਾਰ, ਆਪਣੇ ਕਲਚਰ, ਆਪਣੀ ਬੋਲੀ, ਆਪਣੇ ਮੁਲਕ, ਆਪਣੇ ਮਜ਼ਹਬ, ਆਪਣੀਆਂ ਵੈਲਿਊਜ਼ ਦੇ ਉੱਤੇ ਫਖਰ ਕਰਨ ਦਈਏ, ਉਹਨਾਂ ਦਾ ਸਤਿਕਾਰ ਕਰੀਏ। ਬੇਸ਼ੱਕ ਸਾਡੀ ਉਹਨਾਂ ਦੇ ਨਾਲ ਉਸ ਗੱਲ ਦੇ ਉੱਤੇ ਸਾਡੀ ਰਾਏ ਨਾ ਵੀ ਰਲਦੀ ਹੋਵੇ, ਸਾਡੇ ਲਈ ਭਾਵੇਂ ਉਹ ਉਸ ਤਰ੍ਹਾਂ ਨਾ ਵੀ ਹੋਵੇ, ਫਿਰ ਵੀ ਉਹਨਾਂ ਦੇ ਉਸ ਕਦਰਾਂ ਕੀਮਤਾਂ ਨੂੰ, ਦੂਜੇ ਦੀਆਂ ਜਿਹੜੀਆਂ ਸਾਡੇ ਨਾਲ ਭਾਵੇਂ ਮੈਚ ਨਾ ਕਰਨ, ਜ਼ਰੂਰੀ ਨਹੀਂ ਹੁੰਦਾ ਵੀ ਹਰ ਗੱਲ ਸਾਡੀ ਮੈਚ ਹੀ ਕਰਦੀ, ਉਹਨਾਂ ਦਾ ਅਸੀਂ ਕਰੀਏ ਕਿ ਕੋਈ ਵੀ ਇਹ ਨਹੀਂ ਚਾਹੇਗਾ ਵੀ ਉਹਨਾਂ ਦੀ ਜਿਹੜੀ ਹੈ ਉਸ ਪੱਖੋਂ ਤੁਸੀਂ ਉਹਨਾਂ ਨੂੰ ਡੋਮੀਨੇਟ ਕਰੋ। ਸੋ ਇਹ ਮੈਂ ਸਮਝਦਾ ਵੀ ਇੱਕ ਜਿਹੜੀ ਆਪਾਂ ਜੇ ਗੱਲ ਸਮਝਣੀ ਹੋਵੇ ਤੇ ਬਾਬਾ ਫਰੀਦ ਦੇ ਇਸ ਸਲੋਕ ਵਿੱਚੋਂ ਅਸੀਂ ਸਮਝ ਸਕਦੇ ਹਾਂ। ਤੇ ਇਹ ਉਹ ਰਾਹ ਉਧਰ ਨੂੰ ਜਾਂਦਾ ਵੀ ਜਿੱਥੇ ਅਸੀਂ ਸਾਰਿਆਂ ਨੂੰ ਬਰਾਬਰ ਦਾ ਰੁਤਬਾ ਦੇ ਕੇ, ਸਤਿਕਾਰ ਦੇ ਕੇ, ਪਿਆਰ ਦੇ ਕੇ, ਸਾਂਝੀਵਾਲਤਾ ਵਾਲੇ ਪਾਸੇ। ਜੀ ਜੀ। ਸੋ ਬੇਸਿਕਲੀ ਵੱਖ-ਵੱਖ ਆਈਡੈਂਟੀਟੀਜ਼ ਹੋਣ ਦੇ ਬਾਅਦ ਵੀ ਚਾਹੇ ਉਹਨਾਂ ਨਾਲ ਸਹਿਮਤੀ ਹੋਵੇ ਚਾਹੇ ਨਾ ਹੋਵੇ, ਪਰ ਆਪਸ ਵਿੱਚ ਉਹ ਪਿਆਰ ਉਸਦੇ ਬਾਅਦ ਵੀ ਬਣਿਆ ਰਹੇ।
ਸੋ ਇਸੇ ਤਰੀਕੇ ਨਾਲ ਇਹ ਸਾਂਝ ਨੂੰ ਬਰਕਰਾਰ ਰੱਖਿਆ ਜਾ ਸਕਦਾ ਹੈ। ਸੋ ਹੁਣ ਅਸੀਂ ਆਪਣੀ ਗੱਲਬਾਤ ਦੀ ਸਮਾਪਤੀ ਵਾਲੇ ਪਾਸੇ ਆਉਂਦੇ ਹਾਂ। ਅਖੀਰ ਦੇ ਵਿੱਚ ਕੋਈ ਇੱਕ ਅਜਿਹਾ ਸ਼ਲੋਕ ਬਾਬਾ ਫਰੀਦ ਜੀ ਦਾ ਜਿਸ ਤੋਂ ਅਸੀਂ ਸਾਰੇ ਹੀ ਸੇਧ ਲੈ ਸਕਦੇ ਹਾਂ, ਜਾਂ ਜਿਵੇਂ ਅਸੀਂ ਹੁਣ ਪਹਿਲਾਂ ਬਾਬਾ ਫਰੀਦ ਜੀ ਦੀਆਂ ਕਈ ਵੱਖ-ਵੱਖ ਸਿੱਖਿਆਵਾਂ ਬਾਰੇ ਗੱਲ ਕੀਤੀ ਹੈ, ਸੋ ਉਸ ਰਾਹ ਦੇ ਉੱਤੇ ਜੇ ਸਫ਼ਰ ਸ਼ੁਰੂ ਕਰਨਾ ਹੈ ਤੇ ਉਸ ਦੀ ਸ਼ੁਰੂਆਤ ਕਿੱਥੋਂ ਹੋ ਸਕਦੀ ਹੈ, ਤੇ ਉਹਦਾ ਕੋਈ ਇੱਕ ਸ਼ਲੋਕ ਦੇ ਵਿੱਚ ਜੇ ਆਪਾਂ ਗੱਲ ਸਮਅਪ ਕਰਨੀ ਹੋਏ ਤਾਂ ਤੁਸੀਂ ਕਿਸ ਤਰ੍ਹਾਂ ਕਰੋਗੇ? ਜੀ ਬਿਲਕੁਲ, ਇਹ ਹੈ ਤੇ ਕੰਮ ਬੜਾ ਔਖਾ ਵੀ ਇੱਕ ਸ਼ਲੋਕ ਵਿੱਚ ਸਾਰੀ ਗੱਲ ਸਮਅਪ ਕੀਤੀ ਜਾਵੇ। ਹਾਂਜੀ, ਪਰ ਮੈਨੂੰ ਇੱਕ ਸ਼ਲੋਕ ਯਾਦ ਆ ਰਿਹਾ ਹੈ ਜਿਹੜਾ ਮੇਰਾ ਮਨ ਭਾਉਂਦਾ ਸ਼ਲੋਕ ਹੈ, ਹਾਂਜੀ, ਯਾਨੀ ਮਨ ਭਾਉਂਦੇ ਸ਼ਲੋਕਾਂ ਵਿੱਚ ਇੱਕ ਹੈ ਤੇ ਬੜਾ ਹੀ ਪਿਆਰਾ ਸ਼ਲੋਕ ਹੈ। ਤੇ ਜਿਵੇਂ ਮੈਂ ਅਕਸਰ ਗੱਲ ਕਰਦਾ ਹਾਂ ਤੇ ਤੁਹਾਨੂੰ ਆਪਾਂ ਹੁਣੇ ਵੀ ਇਹਦੇ 'ਚ ਗੱਲ ਹੋਈ ਹੈ ਕਿ ਉਹਨਾਂ ਦੇ ਸ਼ਲੋਕਾਂ 'ਚ ਨਾ ਦੋ ਸ਼ਬਦਾਂ ਵਿੱਚੋਂ ਹੀ, ਦੋ ਸ਼ਬਦਾਂ ਵਿੱਚ ਹੀ ਉਹ ਆਪਣੀ ਗੱਲ ਕਰ ਜਾਂਦੇ, ਅੱਧੀ ਪੰਕਤੀ ਵਿੱਚ ਗੱਲ ਕਰ ਜਾਂਦੇ। ਸੋ ਪਹਿਲੀ ਗੱਲ ਤੇ ਆਪਾਂ ਤੁਸੀਂ ਜਿਹੜਾ ਸਵਾਲ ਕੀਤਾ ਨਾ ਵੀ ਇਹਦੀ ਕਿੱਥੋਂ ਮਤਲਬ ਗੱਲ ਤੁਰੇ ਕਿਸ ਤਰ੍ਹਾਂ, ਕਿ ਕਿਵੇਂ ਤੁਰੇ, ਤਾਂ ਅਸੀਂ ਸਾਰੇ ਵੇਖੋ ਇਹ ਸੁਧਾਰ ਤੇ ਚਾਹੁੰਦੇ, ਅਸੀਂ ਸਾਰੇ ਚਾਹੁੰਦੇ ਵੀ ਇਹ ਸਾਂਝੀਵਾਲਤਾ ਬਣੇ, ਪਰ ਚਾਹੁੰਦੇ ਆ ਵੀ ਅਸੀਂ ਇਹ ਕਰੇ ਕੌਣ, ਕਰੇ ਦੂਜਾ। ਸੋ ਮੈਨੂੰ ਜਾਪਦਾ ਵੀ ਅੱਜ ਦੀ ਸਾਡੀ ਨੌਜਵਾਨੀ, ਅੱਜ ਦੇ ਸਾਡੇ ਸਾਰਿਆਂ ਵਾਸਤੇ ਇੱਕ ਸ਼ਲੋਕ ਬਾਬਾ ਫਰੀਦ ਜੀ ਦੀ ਬਾਣੀ ਵਿੱਚ ਪੰਕਤੀ ਹੈ, ਤ੍ਰਿਗ ਤਿਨਾਂ ਦਾ ਜੀਵਿਆ ਜਿਨ੍ਹਾਂ ਵਿਡਾਣੀ ਆਸ। ਇਹਨੂੰ ਵੀ ਲੋਕ ਕਈ ਵਾਰ ਹੋਰ ਕਈ ਪੱਖਾਂ ਤੋਂ ਵੀ ਵੇਖ ਸਕਦੇ ਨੇ ਤੇ ਵੇਖਦੇ ਨੇ। ਮੈਂ ਇਹਨੂੰ ਦੇਖ ਰਿਹਾ ਵੀ ਉਹ ਸਾਨੂੰ ਇਹ ਕਹਿ ਰਹੇ ਨੇ ਵੀ ਅਸੀਂ ਜੇ ਇੱਕ ਸੁਧਾਰ ਚਾਹੁੰਦੇ ਆ ਨਾ ਤੇ ਉਹਦੀ ਆਸ ਰੱਖਦੇ ਆ ਵੀ ਇੱਕ ਸੁਧਾਰ ਕਰੇ ਕੌਣ, ਇਹ ਦੂਜੇ ਕਰਨ। ਅਸੀਂ ਕਹਿੰਦੇ ਵੀ ਸਰਕਾਰਾਂ ਕਰਨ ਜੀ, ਉਹ ਦੂਜਾ ਮੁਲਕ ਕਰੇ ਜੀ, ਉਹ ਲੋਕ ਕਰਨ ਜੀ। ਉਹ ਕਹਿੰਦੇ ਵੀ ਨਹੀਂ, ਇਹ ਇਹੋ ਜਿਹੀ ਜੇ ਆਸ ਰੱਖਦੇ ਜੇ ਨਾ ਤੇ ਫਿਰ ਨਹੀਂ ਕੰਮ। ਇਹਨੂੰ ਉਹ ਤ੍ਰਿਗ ਕਹਿ ਰਹੇ ਨੇ, ਯਾਨੀ ਉਹਨੂੰ ਫਟਲਾਂਤ ਕਹਿ ਰਹੇ ਵੀ ਇਹ ਤਾਂ ਸੋਚ ਹੀ ਬੜੀ ਗਲਤ ਹੈ। ਤ੍ਰਿਗ ਇਹਨਾਂ ਦਾ ਜੀਵਿਆ ਜਿਹਨਾਂ ਦੂਜੇ ਦੀ ਆਸ, ਵੀ ਦੂਜੇ ਦੀ ਆਸ ਨਾ ਕਰੋ, ਇਹ ਆਪਣੇ ਬਲ ਬੋਤੇ ਆਪਣੇ ਅੰਦਰ ਉਹ ਆਸ ਜਗਾਓ, ਤੁਸੀਂ ਆਪ ਉਦਮ ਕਰੋ। ਤੇ ਮੈਂ ਸਮਝਦਾ ਵੀ ਇਹਦਾ ਜਿਹੜੀ ਬਿਗਨਿੰਗ ਆ ਨਾ, ਉਹ ਅਸੀਂ ਦੋਵਾਂ ਪੰਜਾਬਾਂ ਦੇ ਵਿੱਚ ਜਿਹੜਾ ਅੱਜ ਦਾ ਨੌਜਵਾਨ ਆ ਉਹ ਬਹੁਤ ਜਾਗਰੂਕ ਆ, ਉਹ ਇਸ ਪੱਖੋਂ ਬੜਾ ਚੇਤਨ ਆ, ਉਹ ਇਸ ਪੱਖੋਂ ਚਾਹੁੰਦਾ ਵੀ ਆ, ਉਹਦੇ ਖੋਜ ਕਾਰਜਾਂ ਵਿੱਚ ਕੰਮ ਹੋ ਰਹੇ ਨੇ। ਸੋ ਸਾਨੂੰ ਇਹ ਸਮਝਣ ਦੀ ਲੋੜ ਹੈ ਵੀ ਸਾਨੂੰ ਕੰਮ ਕਰਨਾ ਪੈਣਾ, ਤੇ ਸਾਨੂੰ ਜਦੋਂ ਅਸੀਂ ਇਹਨੇ ਨਾਲ ਕੰਮ ਕਰਨਾ ਪੈਣਾ ਤੇ ਉਹਦੀ ਫਿਰ ਹੋਰ ਅੱਗੇ ਸ਼ੁਰੂਆਤ ਹੁੰਦੀ ਨਿੱਜ ਤੋਂ। ਕਹਿੰਦੇ ਨੇ ਚੈਰਿਟੀ ਬਿਗਨਸ ਐਟ ਹੋਮ। ਜੀ ਜਿਹੜੀ ਹੈ ਨਾ ਉਹ ਬਾਹਰ ਨਹੀਂ ਵੀ ਅਸੀਂ ਆਖੀ ਵੀ ਦੂਜੇ ਲੋਕ ਕਰਨ, ਉਹ ਆਪਣੇ ਤੋਂ ਸ਼ੁਰੂਆਤ। ਤੇ ਇੱਥੇ ਬਾਬਾ ਫਰੀਦ ਜੀ ਦਾ ਸ਼ਲੋਕ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ, ਇਹ ਇੱਕ ਐਸਾ ਸ਼ਲੋਕ ਹੈ ਵੀ ਜਿਹੜਾ ਇਉਂ ਜਾਪਦਾ ਵੀ ਜਿਵੇਂ ਬਾਬਾ ਫਰੀਦ ਨਹੀਂ ਕਹਿ ਰਹੇ। ਬਾਕੀ ਸ਼ਲੋਕਾਂ ਜਿਉਂ ਜਾਪਦਾ ਨਾ ਬਾਬਾ ਫਰੀਦ ਗੱਲ ਕਰ ਰਹੇ ਨੇ, ਇੱਥੇ ਇੰਝ ਹੈ ਵੀ ਰੱਬ ਬਾਬਾ ਫਰੀਦ ਨਾਲ ਗੱਲ ਕਰ ਰਿਹਾ, ਯਾਨੀ ਰੱਬ ਵੱਲੋਂ ਉਚਾਰਿਆ ਸ਼ਲੋਕ ਹੈ। ਇਹਦੀ ਜੋ ਟੋਨ ਅਸੀਂ ਮੈਂ ਤੁਹਾਡੇ ਸਾਹਮਣੇ ਸ਼ੇਅਰ ਕਰਾਂਗਾ। ਸੋ ਇੱਥੋਂ ਭਾਵ ਇਹ ਬਣਦਾ ਹੈ ਬਾਬਾ ਫਰੀਦ ਨੇ ਇਹਨੂੰ ਇਸ ਤਰ੍ਹਾਂ ਉਹਨਾਂ ਤੋਂ ਉਚਾਰ ਹੋਇਆ ਸ਼ਲੋਕ, ਤੇ ਇਹਦੇ ਨਾਲ ਯਾਨੀ ਕਿ ਉਹਦੀ ਜੋ ਜਿਵੇਂ ਹੈ ਨਾ ਗੱਲ, ਉਹ ਇੰਪੋਰਟੈਂਸ ਬਹੁਤ ਜ਼ਿਆਦਾ ਵੱਧ ਜਾਂਦੀ। ਕੋਈ ਆਖੇ ਵੀ ਬਾਬਾ ਫਰੀਦ ਦੇ ਵਿਚਾਰ ਨੇ ਵੀ ਇੱਥੇ ਅੱਲਾਹ ਦੇ ਵਿਚਾਰ ਨੇ, ਇੱਥੇ ਰੱਬ ਦੇ ਵਿਚਾਰ ਦੇ ਵਜੋਂ ਉਹਦੇ ਵੱਲੋਂ ਉਚਾਰੀ ਗੱਲ ਕਹੀ। ਹੁਣ ਇਹਦੋਂ ਉੱਤੇ ਤਾਂ ਗੱਲ ਨਹੀਂ ਹੋ ਸਕਦੀ। ਰੱਬ ਨੇ ਕਿਹਾ, ਕੀ ਕਿਹਾ ਹੈ ਨਾ, ਵੀ ਜਿਵੇਂ ਰੱਬ ਨੂੰ ਪੁੱਛਿਆ ਕਿਸੇ ਨੇ, ਬੰਦੇ ਨੇ ਪੁੱਛਿਆ ਵੀ ਮੈਂ ਇਹ ਅੱਲਾਹ ਤਾਲਾ, ਇਹ ਵਾਹਿਗੁਰੂ, ਇਹ ਰੱਬ, ਵੀ ਮੈਂ ਤੈਨੂੰ ਮਿਲਣਾ ਹੈ ਤੇ ਮੈਨੂੰ ਇੱਕ 10 ਤਰੀਕਾ ਸੌਖਾ ਦੱਸ। ਆ ਲੋਕ ਤੇ ਪਏ ਹੋਰ ਇਧਰ ਉਧਰ ਦੇ ਕੰਮਾਂ 'ਚ ਜਿਹੜੇ ਬੜਾ ਲੰਬਾ ਚੌੜਾ ਰਸਤਾ ਦੱਸਦੇ ਨੇ, ਕੋਈ ਸੌਖਾ ਜਿਹਾ ਰਾਹ ਹੈਗਾ? ਉਹਦਾ ਜਵਾਬ ਇਸ ਸ਼ਲੋਕ ਵਿੱਚ ਹੈ, ਤੇ ਦੋ ਹੀ ਅੱਖਰ, ਦੋ ਹੀ ਸ਼ਬਦ, ਵੀ ਆ ਕਰ, ਕੀ ਕਰ? ਕਹਿੰਦੇ ਆਪ ਸਵਾਰੇ ਹੈ ਮੈਂ ਮਿਲੇ ਹੈ। ਉਹ ਦੋ ਹੀ ਇੱਕ ਕੰਮ ਕੀ ਕਰਨਾ, ਦੋ ਸ਼ਬਦਾਂ ਵਿੱਚ, ਆਪ ਸਵਾਰੇ ਹੈ ਮੈਂ ਮਿਲੇ। ਰੱਬ ਕਹਿ ਰਿਹਾ ਕਿ ਜੇ ਆਪਣਾ ਆਪਾ ਸਵਾਰ ਲਵੇ ਨਾ, ਮੈਨੂੰ ਮਿਲ ਪਏ। ਅੱਗੋਂ ਜਿਵੇਂ ਜਗਿਆਸੂ ਪੁੱਛਦਾ, ਜੇ ਤੁਹਾਨੂੰ ਮਿਲਿਆ ਫਿਰ ਸੁੱਖ ਜਿਹੜਾ ਉਹ ਮਿਲੇਗਾ? ਤੇ ਕਹਿੰਦੇ ਬਿਲਕੁਲ, ਆਪ ਸਵਾਰੇ ਹੈ ਮੈਂ ਮਿਲੇ, ਮੈਂ ਮਿਲਿਆ ਸੁੱਖ ਹੋਏ। ਰੱਬ ਨੂੰ ਮਿਲ ਕੇ ਤਾਂ ਸੁੱਖ ਹੋਣਾ ਹੀ ਹੈ, ਪਰ ਉਹ ਕਹਿ ਰਹੇ ਵੀ ਹਾਂ ਮੈਨੂੰ ਮਿਲ ਕੇ ਪਰਮ ਸੁੱਖ ਪ੍ਰਾਪਤ ਹੋ ਜਾਏਗਾ। ਨੋਟ ਓਨਲੀ ਕਿ ਸੁੱਖ ਹੀ ਪ੍ਰਾਪਤ ਹੋਏਗਾ, ਅੱਗੇ ਕਹਿੰਦੇ ਫਰੀਦਾ, ਰੱਬ ਕਹਿ ਰਿਹਾ ਫਰੀਦ ਨੂੰ, ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ। ਹੁਣ ਅਸੀਂ ਇਹੋ ਹੀ ਚਾਹੁੰਦੇ ਨਾ, ਅਸੀਂ ਸਾਰੇ ਜੱਗ ਨੂੰ ਆਪਣਾ ਬਣਾਉਣਾ ਚਾਹੁੰਦੇ। ਅਸੀਂ ਚਾਹੁੰਦੇ ਚਲੋ ਉਹਨੂੰ ਹੋਰ ਆਪਾਂ ਆਪਣੇ ਇਸ ਸੰਦਰਭ ਵਿੱਚ ਦੇਖੀਏ, ਅਸੀਂ ਦੋਵਾਂ ਪੰਜਾਬਾਂ ਨੂੰ ਆਪਣਾ ਬਣਾਉਣਾ। ਅਸੀਂ ਚਾਹੁੰਦੇ ਦੋ ਪੰਜਾਬ ਆਪਣੇ ਬਣ ਕੇ ਸਾਂਝੇ ਬਣ। ਇਹਦੀ ਸ਼ੁਰੂਆਤ ਬਾਬਾ ਕਹਿ ਰਿਹਾ ਵੀ ਦੂਜੇ ਤੇ ਆਸ ਰੱਖ ਕੇ ਨਹੀਂ ਇਹ ਚੱਲਣੀ, ਆਪ ਉਦਮ ਕਰੋ, ਆਪ ਇਸ ਪਾਸੇ ਤੁਰੋ, ਉਹਦੀ ਸ਼ੁਰੂਆਤ ਕਰੋ ਆਪ ਸਵਾਰ ਵਿੱਚ, ਆਪਣੇ ਆਪੇ ਨੂੰ, ਆਪਣੇ ਨਿਜ ਨੂੰ ਵੇਖੋ।
ਕਿ ਸਾਡੇ ਪਿੱਛੇ ਇਤਿਹਾਸ ਵਿੱਚ ਵੀ, ਤਵਾਰੀਖ ਵਿੱਚ ਵੀ ਸਾਡੇ ਬਹੁਤ ਕੁਝ ਇਹੋ ਜਿਹੀਆਂ ਗੱਲਾਂ ਹੋਈਆਂ ਹੋਣਗੀਆਂ, ਇਹਦੇ ਵਿੱਚ ਕਿੰਨੀ ਸਾਨੂੰ ਅੱਜ ਖਾਸ ਇੱਕ ਹੋਰ ਗੱਲ ਧਿਆਨ ਵਿੱਚ ਆ ਰਹੀ ਹੈ। ਪਿੱਛੇ ਜੇ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਪਾਕਿਸਤਾਨ ਦੇ ਵਿੱਚ ਉਹ ਕਿਸੇ ਮਨੁੱਖ ਨੇ ਜਿਹੜਾ ਉਹ ਢਾਹ ਦਿੱਤਾ, ਸਾਡੇ ਸਾਰਿਆਂ ਦੇ ਸਾਹਮਣੇ ਆਇਆ, ਪਰ ਉਹਦੇ ਚੋਂ ਕੁਝ ਇੱਕ ਪੋਜ਼ਿਟਿਵ ਚੀਜ਼ਾਂ ਜੇ ਅਸੀਂ ਦੇਖਦੇ ਹਾਂ ਨਾ, ਉਦੋਂ ਬਾਅਦ ਬਹੁਤ ਸਾਰੇ ਸਾਡੇ ਸੋਸ਼ਲ ਮੀਡੀਆ ਦੇ ਉੱਤੇ ਅਦਰਵਾਈਜ਼ ਵੀ ਲੋਕਾਂ ਨੇ, ਵਿਦਵਾਨਾਂ ਨੇ ਇਸ ਗੱਲ ਨੂੰ ਬੜੀ ਸੀਰੀਅਸਨੈਸ ਨਾਲ ਲਿਆ ਦੋਵੇਂ ਪਾਸੇ, ਕਿ ਵੀ ਇਹ ਘਟਨਾ ਅੱਜ ਦੇ ਸਮੇਂ ਵਿੱਚ ਹੋਣੀ ਇੱਕ ਬੜੀ ਕੋਈ ਛੋਟੀ ਜਿਹੀ ਘਟਨਾ ਨਹੀਂ, ਬੜੀ ਵੱਡੀ ਘਟਨਾ ਹੈ। ਬੇਸ਼ੱਕ ਕਈ ਵਾਰ ਏਦਾਂ ਦੇ ਸਿਰ ਖਰੇ ਲੋਕ ਜਿਹੜੇ ਨੇ ਏਦਾਂ ਦੇ ਕੰਮ ਦੋਵਾਂ ਮੁਲਕਾਂ 'ਚ ਹਰ ਪਾਸੇ ਦੁਨੀਆ 'ਚ ਲੋਕ ਕਰਦੇ ਨੇ ਪਏ, ਪਰ ਉਹ ਗੱਲ ਉਹਦੇ ਵਿੱਚੋਂ ਫਿਰ ਜੋ ਵਿਚਾਰ ਹੁਣ ਬਣ ਕੇ ਨਿਕਲ ਰਿਹਾ ਨਾ, ਉਹ ਮੈਂ ਸਮਝਦਾ ਮੈਂ ਤੁਹਾਡਾ ਸਾਂਝਾ ਕਰਨਾ ਚਾਹਾਂਗੀ। ਮੈਂ ਉਹਦੇ ਨਾਲ ਸਹਿਮਤੀ ਪ੍ਰਗਟਾ ਰਿਹਾ ਵੀ ਬੜੀ ਚੰਗੀ ਗੱਲ ਆ ਵੀ ਇਹਨਾਂ ਚੀਜ਼ਾਂ ਦਾ ਫਿਰ ਹੱਲ ਕੀ ਹੈ। ਇਹਨਾਂ ਚੀਜ਼ਾਂ ਦਾ ਹੱਲ ਹੈ, ਕੌਜ਼ ਤੇ ਹੈਗਾ ਵੀ ਨਫ਼ਰਤ, ਵੀ ਇੱਕ ਦੂਜੇ ਸੱਭਿਆਚਾਰ, ਧਰਮ, ਵਿਰਸੇ, ਬੋਲੀ ਦੇ ਨਾਲ ਕਿਤੇ ਨਾ ਕਿਤੇ ਅੰਡਰਗਰਾਉਂਡ ਕੋਰ ਰੂਪ ਦੇ ਵਿੱਚ, ਬੀਜ ਰੂਪ ਦੇ ਵਿੱਚ ਕਿਤੇ ਨਾ ਕਿਤੇ ਨਫ਼ਰਤ ਪਈ ਹੋਈ। ਸਾਨੂੰ ਦੋਵਾਂ ਧਿਰਾਂ ਨੂੰ, ਸਾਰੀਆਂ ਧਿਰਾਂ ਨੂੰ ਇਕੱਠੇ ਬੈਠ ਕੇ ਵੇਖਣਾ ਚਾਹੀਦਾ ਵੀ ਸਾਡਾ ਵਿਰਸਾ ਇੱਕੋ ਹੀ ਹੈ। ਸਾਡਾ ਪਿੱਛੇ ਜੋ ਅਸੀਂ ਜਿੱਥੋਂ ਆਏ ਹਾਂ, ਸਾਡੇ ਕਲਚਰਲੀ ਪਿੱਛੇ ਜਿਵੇਂ ਪਿੱਛੇ ਜਾਂਦੇ ਹਾਂ, ਤਾਂ ਪਿੱਛੇ ਜਿਹੜੇ ਉਹ ਇੱਕ ਪਾਸੇ ਤੋਂ ਨਿਕਲੇ, ਉਹਦਾ ਸੋਰਸ ਇੱਕ ਹੀ ਹੈ। ਉੱਥੋਂ ਹੀ ਨਿਕਲ ਕੇ ਅੱਗੇ ਵੱਖ-ਵੱਖ ਸੱਭਿਆਚਾਰ, ਵੱਖ-ਵੱਖ ਕਲਚਰ, ਵੱਖ-ਵੱਖ ਬੋਲੀਆਂ, ਵੱਖ ਚੀਜ਼ਾਂ ਜਿਹੜੀਆਂ ਸੰਸਾਰ ਦੇ ਵਿੱਚ ਆਈਆਂ ਨੇ, ਉਹਨਾਂ ਸਾਰਿਆਂ ਨੂੰ ਅਸੀਂ ਮਾਣ ਦਈਏ, ਉਹਨਾਂ ਸਾਰਿਆਂ ਨੂੰ ਸਤਿਕਾਰ ਦਈਏ। ਔਰ ਉਹਦੇ ਲਈ ਸਾਨੂੰ ਯਾਨੀ ਕਿ ਰੀਵਿਜ਼ਿਟ ਵੀ ਕਰਨਾ ਚਾਹੀਦਾ, ਚੀਜ਼ਾਂ ਨੂੰ ਦੁਬਾਰਾ ਵੇਖਣ ਪਰਖਣ ਦੀ ਲੋੜ ਹੈ। ਉਹਦੇ ਵਿੱਚ ਜੇ ਸੁਧਾਰ ਹੋਵੇ ਤੇ ਉਹ ਵੀ ਕਰਨਾ ਪੈਂਦਾ ਹੈ। ਅਖੀਰ ਦੀ ਗੱਲ ਜਿਹੜੀ ਆਪ ਸਵਾਰ ਹੈ, ਮੈਂ ਮਿਲਿਆ ਬਾਬਾ ਫਰੀਦ ਦੀ ਹੈ। ਮੈਨੂੰ ਸੁਕਰਾਤ ਦਾ ਇੱਕ ਇੰਗਲਿਸ਼ ਦੇ ਵਿੱਚ ਕੋਟ ਯਾਦ ਆ ਰਿਹਾ, ਬੜਾ ਖੂਬਸੂਰਤ, ਕਿ ਉਹ ਹੂਬਹੂ ਏਦਾਂ ਦੀ ਗੱਲ ਹੀ ਉੱਥੇ ਕਰਦੇ ਨੇ। ਉਹ ਕਹਿੰਦੇ ਨੇ ਦੀ ਇੰਪਰੂਵਮੈਂਟ ਆਫ ਦੀ ਸੋਲ, ਜਿਹਨੂੰ ਬਾਬਾ ਫਰੀਦ ਕਰਿਆ ਆਪ ਸਵਾਰੇ, ਆਪਣੇ ਆਪੇ ਨੂੰ ਸਵਾਰ। ਤੇ ਸੁਕਰਾਤ ਕਹਿੰਦਾ ਦੀ ਇੰਪਰੂਵਮੈਂਟ ਆਫ ਦੀ ਸੋਲ and care for wisdom and truth is the highest good, ਕਿ ਆਪਣੇ ਆਪੇ ਦੀ ਇੰਪਰੂਵਮੈਂਟ ਤੇ ਫਿਰ ਤਾਂਘ ਹੋਵੇ ਗਿਆਨ ਤੇ ਸੱਚ ਤੇ ਸਿਆਣਪ ਦੀ ਤਾਂਘ ਰੱਖਣੀ, ਇਦੋਂ ਉੱਤੇ ਕੋਈ ਵੱਡਾ ਸੱਚ ਨਹੀਂ ਹੈਗਾ। ਉਹ ਇਹ ਕਹਿੰਦਾ ਇਦੋਂ ਵੱਡੀ ਕੋਈ ਖੂਬੀ ਨਹੀਂ ਹੈ, ਇਦੋਂ ਵੱਡਾ ਕੋਈ ਗੁਣ ਨਹੀਂ ਹੈ। ਤਾਂ ਯਾਨੀ ਜੇਕਰ ਅਸੀਂ ਸਾਰੇ ਹੀ ਇਸ ਗਿਆਨ, ਜਿਹੜਾ ਕਿ ਮੇਰਾ ਜਾਂ ਤੁਹਾਡਾ ਗਿਆਨ ਨਹੀਂ, ਗਿਆਨ ਉਹ ਸਾਰੇ ਮਨੁੱਖਤਾ ਦਾ ਗਿਆਨ, ਸਾਂਝਾ ਗਿਆਨ ਤੇ ਸੱਚ, ਤੇ ਆਪਣੇ ਉਸ ਸੱਚ ਤੇ ਗਿਆਨ ਨੂੰ ਸਾਧਨ ਬਣਾ ਕੇ ਆਪਣੇ ਨਿੱਜ ਦਾ, ਆਪਣੇ ਆਪੇ ਦਾ, ਆਪਣੇ ਸਮਾਜ ਦਾ, ਆਪਣੇ ਭਾਈਚਾਰਿਆਂ ਦਾ, ਆਪਣੇ ਮੁਲਕਾਂ ਦਾ, ਉਹਦੇ ਵਿੱਚ ਅਸੀਂ ਇੰਪਰੂਵਮੈਂਟ ਕਿਵੇਂ ਹੋਵੇ ਉਹਦੇ ਬਾਰੇ ਸੋਚੀਏ। ਤੇ ਮੈਂ ਸਮਝਦਾ ਵੀ ਜੇ ਸਾਰੀ ਫਿਰ ਇੱਕ ਜਣੇ ਨੂੰ ਸਾਰਿਆਂ ਨੂੰ ਕਰਨ, ਸਾਰੇ ਹੀ ਇਸ ਤਰ੍ਹਾਂ ਰਿਫਲੈਕਸ਼ਨ ਦੇ ਵਿੱਚੋਂ ਗੁਜ਼ਰ ਕੇ ਤੇ ਅਸੀਂ ਇੱਕ ਦੂਜੇ ਦੇ ਨੇੜੇ ਆਈਏ, ਇੱਕ ਦੂਜੇ ਨੂੰ ਸਮਝੀਏ ਤੇ ਇਹ ਜਾਣੀਏ ਵੀ ਇਹ ਸਾਰੇ ਅਸੀਂ ਇੱਕ ਮਿੱਥ, ਇਹ ਸਾਰੇ ਜਿਵੇਂ ਸਾਡੇ ਹੱਥਾਂ ਦੀਆਂ ਉਂਗਲਾਂ ਨੇ ਨਾ, ਵੀ ਇਹਨਾਂ 'ਚ ਕੋਈ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਇਹ ਵੱਖਰੀਆਂ ਨੇ। ਇਸ ਤਰ੍ਹਾਂ ਇਹ ਸਾਰੇ ਭਾਈਚਾਰੇ, ਸਾਰੇ ਕਲਚਰ, ਇਹ ਸਾਡੇ ਹੱਥਾਂ ਦੀਆਂ ਉਂਗਲਾਂ ਇੱਕ ਰੱਬ ਦੇ ਬਣਾਏ ਹੋਏ ਨੇ, ਪੈਦਾ ਕੀਤੇ ਹੋਏ ਨੇ। ਤੇ ਇਹ ਆਪਸੀ ਪ੍ਰੇਮ, ਪਿਆਰ, ਸਨੇਹ, ਸਾਂਝੀ ਵਾਲਤਾ ਵਿੱਚ ਹੀ ਵੱਧ ਫੁੱਲ ਸਕਦੇ। ਮੈਂ ਸਮਝਦਾ ਵੀ ਜੇਕਰ ਇਹ ਗੱਲਾਂ ਅਸੀਂ ਸਮਝ ਲੈਂਦੇ ਹਾਂ, ਤੇ ਇਹ ਅਸਲ ਵਿੱਚ ਬਾਬਾ ਫਰੀਦ ਦੇ ਸਿੱਖਿਆਵਾਂ, ਉਹਨਾਂ ਦੇ ਸਲੋਕਾਂ ਨੂੰ ਸਹੀ ਪਰਿਪੇਖ ਵਿੱਚ ਸਮਝਣਾ ਹੋਵੇਗਾ। ਤੇ ਇਹਦੇ ਨਾਲ ਹੀ ਅਸੀਂ ਦੋਵਾਂ ਪੰਜਾਬਾਂ ਦਾ ਜਿਹੜਾ ਹੈ ਸਾਂਝੀ ਵਾਲਤਾ ਲਿਆ ਸਕਦੇ ਹਾਂ, ਉਹਨਾਂ ਨੂੰ ਇੱਕ ਦੂਜੇ ਦੇ ਨੇੜੇ ਕਰ ਸਕਦੇ। ਸੋਹਣੇ ਤਰੀਕੇ ਨਾਲ ਤੁਸੀਂ ਬਾਬਾ ਫਰੀਦ ਜੀ ਦੇ ਸ਼ਲੋਕਾਂ ਨੂੰ, ਉਹਨਾਂ ਦੀ ਬਾਣੀ ਨੂੰ, ਗੁਰਮਤ ਨੂੰ ਤੇ ਆਪਸੀ ਭਾਈਚਾਰਕ ਸਾਂਝ ਨੂੰ ਸਾਡੇ ਸਾਹਮਣੇ ਪੇਸ਼ ਕੀਤਾ, ਬੜੇ ਸੋਹਣੇ ਤਰੀਕੇ ਨਾਲ ਉਸਨੂੰ ਬਿਆਨ ਕੀਤਾ। ਤੇ ਸਾਡੇ ਆਪਣੇ ਵਾਸਤੇ ਵੀ ਸਿੱਖਣ ਵਾਸਤੇ ਬੜਾ ਕੁਝ ਸੀ। ਤੇ ਮੈਂ ਤੇ ਚਾਹੁੰਦਾ ਕਿ ਇਹ ਗੱਲਬਾਤ ਸਾਡੀ ਖਤਮ ਹੋਏ ਹੀ ਨਾ, ਇਸੇ ਤਰ੍ਹਾਂ ਚੱਲਦੀ ਰਹੇ, ਪਰ ਸਮੇਂ ਦੀ ਮਜਬੂਰੀ ਹੈ, ਸਾਨੂੰ ਖਤਮ ਕਰਨੀ ਪਏਗੀ ਇਹ ਗੱਲ। ਆਸ ਕਰਦੇ ਹਾਂ ਕਿ ਸਾਡੇ ਜੋ ਦਰਸ਼ਕ ਨੇ ਉਹਨਾਂ ਨੂੰ ਵੀ ਸਿੱਖਣ ਵਾਸਤੇ ਕਾਫੀ ਕੁਝ ਨਵਾਂ ਮਿਲਿਆ ਹੋਏਗਾ, ਜਾਂ ਚੀਜ਼ਾਂ ਨੂੰ ਇੱਕ ਨਵੇਂ ਐਂਗਲ ਤੋਂ ਵੇਖਣ ਦਾ ਇੱਕ ਸੋਝੀ ਇਸ ਗੱਲਬਾਤ ਤੋਂ ਉਹਨਾਂ ਨੂੰ ਮਿਲੀ ਹੋਏਗੀ। ਸੋ ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਜੋ ਤੁਸੀਂ ਸਾਨੂੰ ਆਪਣਾ ਕੀਮਤੀ ਸਮੇਂ ਚੋਂ ਆਪਣਾ ਸਮਾਂ ਦਿੱਤਾ। ਪ੍ਰਗਟ ਸਿੰਘ ਜੀ ਤੇ ਜੀਵੇ ਸਾਂਝਾ ਪੰਜਾਬ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਡਾਕਟਰ ਜਸਵੰਤ ਸਿੰਘ ਜੀ, ਜੋ ਕਿ ਸਿੱਖ ਰਿਸਰਚ ਇੰਸਟੀਚਿਊਟ ਦੇ ਵਿੱਚ ਗੁਰਬਾਣੀ ਰਿਸਰਚ ਦੇ ਡਾਇਰੈਕਟਰ ਨੇ, ਜਿਨ੍ਹਾਂ ਨੇ ਸਾਡੇ ਨਾਲ ਬਾਬਾ ਫਰੀਦ ਜੀ ਦੀ ਬਾਣੀ ਬਾਰੇ, ਗੁਰਮਤ ਬਾਰੇ ਤੇ ਆਪਸੀ ਭਾਈਚਾਰਕ ਸਾਂਝ ਦੇ ਬਾਰੇ ਗੱਲਬਾਤ ਸਾਂਝੀ ਕੀਤੀ ਹੈ।
ਸੋ ਆਸ ਕਰਦੇ ਹਾਂ ਆਪ ਸਭ ਨੂੰ ਇਹ ਪਸੰਦ ਆਈ ਹੋਏਗੀ ਤੇ ਅਸੀਂ ਅੱਗੇ ਵੀ ਹੋਏ ਇਸ ਤਰ੍ਹਾਂ ਦੀਆਂ ਵਿਚਾਰ ਚਰਚਾਵਾਂ ਜਾਂ ਇਤਿਹਾਸਕ ਦਸਤਾਵੇਜ਼ੀਆਂ ਵੀ ਆਪ ਸਭ ਦੇ ਨਾਲ ਸਾਂਝੀਆਂ ਕਰਦੇ ਰਹਾਂਗੇ। ਸਾਨੂੰ ਇਸੇ ਤਰ੍ਹਾਂ ਸਹਿਯੋਗ ਕਰਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।